हाँ जी, ਸਤਿ ਸ਼੍ਰੀ ਅਕਾਲ। ਬਾਇਨਰੀ ਇੰਸਟ੍ਰਕਟਰ ਦੇਖ ਰਹੇ ਸਾਰੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਹੈ। ਆਪਾਂ ਲਗਾਤਾਰ ਕੰਪਿਊਟਰ ਦੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਉਸੇ ਲੜੀ ਨੂੰ ਹੀ ਅੱਗੇ ਵਧਾਉਂਦੇ ਹਾਂ। ਚੈਪਟਰ 13ਵਾਂ ਜਿਹਦੇ ਵਿੱਚ ਆਪਾਂ ਹਾਰਡ ਲੈਵਲ ਦੇ ਕੁਐਸਚਨ ਡਿਸਕਸ ਕਰ ਰਹੇ ਹਾਂ। ਇਸ ਤੋਂ ਪਹਿਲਾਂ ਆਪਾਂ ਲੈਵਲ 1 ਤੇ ਲੈਵਲ 2, ਲੈਵਲ 1 ਬੇਸਿਕ, ਲੈਵਲ 2 ਮੀਡੀਅਮ, ਇਹ 13ਵੇਂ ਚੈਪਟਰ ਦੇ ਨੈਟਵਰਕ ਸਿਕਿਉਰਿਟੀ ਜਾਂ ਆਪਾਂ ਸਾਈਬਰ ਸਿਕਿਉਰਿਟੀ ਕਹੀਏ, ਇੱਕੋ ਹੀ ਗੱਲ ਹੈ। ਇਹ ਆਪਾਂ ਆਲਰੇਡੀ ਕਰ ਚੁੱਕੇ ਹਾਂ। ਤੇ ਜਿਹੜਾ ਤੀਸਰਾ ਲੈਵਲ ਹੈ ਇਹਦੇ ਵੀ ਆਪਾਂ 4 ਪਾਰਟ ਕਰ ਚੁੱਕੇ ਹਾਂ, ਤੁਸੀਂ ਸਾਰਿਆਂ ਨੇ ਦੇਖੇ ਆ। ਤੇ ਜੇਕਰ ਤੁਸੀਂ ਨਵੇਂ ਜੁੜੇ ਹੋ ਤਾਂ ਪਹਿਲਾਂ ਜਾ ਕੇ ਤੁਸੀਂ ਉਹ ਪਾਰਟ ਦੇਖਿਓ। ਤਾਂ ਇਹ ਬਹੁਤ ਹੀ ਜ਼ਿਆਦਾ ਹੈਲਪਫੁਲ ਨੇ। ਮੇਨਲੀ ਜਿਹੜਾ ਇਹ ਕੰਟੈਂਟ ਹੈ ਇਹ ਪੰਜਾਬ ਪੁਲਿਸ ਵਾਲੇ ਐਗਜ਼ਾਮ ਹੁੰਦੇ ਨੇ, ਚਾਹੇ ਸਬ ਇੰਸਪੈਕਟਰ ਹੈ, ਹੈੱਡ ਕਾਂਸਟੇਬਲ ਹੈ ਤੇ ਇੰਟੈਲੀਜੈਂਸ ਦਾ ਐਗਜ਼ਾਮ ਹੁੰਦੇ ਨੇ, ਹਨਾ। ਉਹਨਾਂ ਵਾਸਤੇ ਲੈਵਲ 3 ਹੈ। ਬਾਕੀ ਜੇ ਤੁਸੀਂ ਕੋਈ ਵੀ ਪੇਪਰ ਦੇਣਾ ਹੈ ਉਹਨਾਂ ਵਾਸਤੇ ਲੈਵਲ 1 ਤੇ 2 ਸਫੀਸ਼ੀਐਂਟ ਹੈ, ਫਿਰ ਤੁਹਾਨੂੰ ਜਾਣ ਦੀ ਜ਼ਰੂਰਤ ਨਹੀਂ। ਅਗਰ ਤੁਸੀਂ ਕਲਰਕ ਦਾ ਜਾਂ ਹੋਰ ਪੇਪਰ ਦੇਣੇ ਆ ਤਾਂ ਤੁਹਾਨੂੰ ਲੈਵਲ 3 ਦੇਖਣ ਦੀ ਜ਼ਰੂਰਤ ਨਹੀਂ ਹੈ। ਸੋ ਆਪਾਂ ਸਟਾਰਟ ਕਰਦੇ ਹਾਂ, ਕੁਐਸਚਨ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ। ਪਹਿਲਾ ਕੁਐਸਚਨ ਹੈਗਾ ਜਿਵੇਂ which of the following option is allow the creation of digital signature। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਆਪਸ਼ਨ ਅਲਾਉ ਕਰਦੀ ਹੈ ਕ੍ਰੀਏਸ਼ਨ ਆਫ ਡਿਜੀਟਲ ਸਿਗਨੇਚਰ, ਦਾ ਮਤਲਬ ਡਿਜੀਟਲ ਸਿਗਨੇਚਰ ਨੂੰ ਕ੍ਰੀਏਟ ਕਰਨ ਦੇ ਲਈ। ਇਸ ਤੋਂ ਪਹਿਲਾਂ ਵਾਲੇ ਚਾਰ ਪਾਰਟਸ ਦੇ ਵਿੱਚ ਲਗਾਤਾਰ ਆਪਾਂ ਇਹ ਚੀਜ਼ ਨੂੰ ਵਾਰ-ਵਾਰ ਡਿਸਕਸ ਕੀਤਾ ਵੀ ਡਿਜੀਟਲ ਸਿਗਨੇਚਰ ਕੀ ਹੁੰਦੇ ਨੇ ਤੇ ਡਿਜੀਟਲ ਸਰਟੀਫਿਕੇਟ ਕੀ ਹੁੰਦੇ ਨੇ, ਹਨਾ। ਉਹਨਾਂ ਵਿੱਚ ਡਿਫਰੈਂਸ ਇਸ ਤੋਂ ਪਹਿਲਾਂ ਵਾਲੇ ਚੌਥੇ ਪਾਰਟ ਦੇ ਵਿੱਚ ਆਪਾਂ ਬਹੁਤ ਡੀਪਲੀ ਸਮਝਿਆ ਸੀਗਾ। ਤੇ ਵਧੀਆ ਵੀ ਲੱਗਦਾ, ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ, ਹਨਾ, ਸ਼ੇਅਰ ਵੀ ਕਰ ਰਹੇ ਹੋ ਅੱਗੇ। ਤੇ ਚੀਜ਼ਾਂ ਹੈ ਜਿਹੜਾ ਕੰਟੈਂਟ ਹੈ ਉਹ ਆਪਣਾ ਅੱਗੇ ਜਾ ਰਿਹਾ। ਤਾਂ ਇਸ ਚੀਜ਼ ਦੇ ਨਾਲ ਇੱਕ ਹੌਸਲਾ ਵੀ ਹੁੰਦਾ ਹੈ, ਹਨਾ, ਵੀ ਜੇ ਜ਼ਿਆਦਾ ਬੱਚੇ ਜੁੜਦੇ ਨੇ ਤਾਂ ਇੱਕ ਪੜ੍ਹਾਉਣ ਵਾਲੇ ਬੰਦੇ ਨੂੰ ਜ਼ਰੂਰ ਐਂ ਲੱਗਦਾ ਵੀ ਹਾਂ ਸਾਨੂੰ ਵੀ ਕੋਈ ਸੁਣ ਰਿਹਾ, ਹਨਾ। ਸੋ ਉਸੇ ਲੜੀ ਨੂੰ ਹੀ ਅੱਗੇ ਵਧਾ ਰਹੇ ਹਾਂ ਆਪਾਂ। ਡਿਜੀਟਲ ਸਿਗਨੇਚਰ ਵਾਲੀ ਜਿਹੜੀ ਆਪਾਂ ਗੱਲ ਪਿਛਲੀਆਂ ਵੀਡੀਓ ਦੇ ਵਿੱਚ ਕੀਤੀ ਹੈ ਉਹੀ ਗੱਲ ਨੂੰ ਅੱਗੇ ਥੋੜਾ ਜਿਹਾ ਲੈ ਕੇ ਆਵਾਂਗੇ। ਮੈਂ ਤੁਹਾਨੂੰ ਦੱਸਿਆ ਸੀ ਹੁਣ ਤੱਕ ਆਪਾਂ ਡਿਜੀਟਲ ਸਿਗਨੇਚਰ ਤੇ ਡਿਜੀਟਲ ਸਰਟੀਫਿਕੇਟ ਦੇਖ ਰਹੇ ਹਾਂ, ਦੇਖ ਚੁੱਕੇ ਹਾਂ। ਤਾਂ ਹੁਣ ਆਪਾਂ ਦੇਖਾਂਗੇ ਅਗਲਾ ਟੌਪਿਕ ਜਿਹੜਾ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀਗਾ ਵੀ PKI, ਠੀਕ ਆ। ਸੋ ਅਬ ਥੋੜੀਆਂ ਜਿਹੀਆਂ ਆਪਸ਼ਨਾਂ ਪੜ੍ਹ ਲੈਂਦੇ ਹਾਂ ਵੀ ਕਿਹੜਾ ਅਲਾਉ ਕਰਦਾ ਕ੍ਰੀਏਸ਼ਨ ਆਫ ਡਿਜੀਟਲ ਸਿਗਨੇਚਰ। ਪ੍ਰਾਈਵੇਟ ਕੀ ਇਨਫਰਾਸਟ੍ਰਕਚਰ, ਪਰਸਨਲ ਕੀ ਇਨਫਰਾਸਟ੍ਰਕਚਰ, ਪ੍ਰੋਟੈਕਟਡ ਕੀ ਇਨਫਰਾਸਟ੍ਰਕਚਰ, ਪਬਲਿਕ ਕੀ ਇਨਫਰਾਸਟ੍ਰਕਚਰ। ਦੇਖੋ ਆਨਸਰ ਤਾਂ ਹੈਗਾ ਪਬਲਿਕ ਕੀ ਇਨਫਰਾਸਟ੍ਰਕਚਰ। ਹਾਂ, ਮੈਂ ਇੱਥੇ ਇੱਕ ਗੱਲ ਦੱਸਣੀ ਭੁੱਲ ਗਿਆ। ਤੁਸੀਂ ਕਹਿਣਾ ਵੀ ਕਹਿ ਤਾਂ ਮੈਂ ਇਹ ਰਿਹਾ ਵੀ ਲੈਵਲ ਤੀਸਰਾ ਜਾਣ ਦੀ ਜ਼ਰੂਰਤ ਨਹੀਂ ਹੈ, PSPCL ਕਲਰਕ, ਹਨਾ। ਸੋ ਕੁਐਸਚਨ ਇਹ PSPCL ਕਲਰਕ ਲੈਵਲ ਦਾ। ਸੋ ਉਹਨਾਂ ਦੇ ਵਿੱਚ ਇੱਕਾ ਦੁੱਕਾ ਹੀ ਕੁਐਸਚਨ ਪਾਏ ਹੋਏ ਨੇ। ਜੇ ਚੰਡੀਗੜ੍ਹ ਐਡਮਿਨ ਕਲਰਕ ਹੋ ਗਿਆ, PSPCL ਕਲਰਕ ਹੋ ਗਿਆ, ਇਹਨਾਂ ਪੇਪਰਾਂ ਦੇ ਵਿੱਚ ਕੋਈ ਇੱਕਾ ਦੁੱਕਾ ਸਵਾਲ ਪਾਏ ਨੇ। ਤਾਂ ਉਹਨਾਂ ਦੇ ਲਈ ਤੁਸੀਂ ਜਾ ਸਕਦੇ ਹੋ ਜਾਂ ਅੱਗੇ ਰਿਕਮੈਂਡ ਕਰਨਾ ਤਾਂ ਕਰ ਸਕਦੇ ਹੋ। ਸੋ ਇਹ ਸਵਾਲ ਨੂੰ ਸਮਝਣ ਤੋਂ ਪਹਿਲਾਂ ਸਾਨੂੰ PKI ਸਮਝਣਾ ਬਹੁਤ ਜ਼ਰੂਰੀ ਆ। PKI ਸਟੈਂਡਸ ਫॉर ਪਬਲਿਕ ਕੀ ਇਨਫਰਾਸਟ੍ਰਕਚਰ। ਮੇਨਲੀ ਇਹ ਕਾਹਦੇ ਵਾਸਤੇ ਹੁੰਦਾ ਹੈ, ਇਹ ਹੁੰਦਾ ਕੀ ਹੈ? ਇਟ ਇਜ਼ ਅ ਸੈਟ ਆਫ ਟੈਕਨੋਲੋਜੀਜ਼ ਸੈਟ ਆਫ ਦਾ ਮਤਲਬ ਇੱਕ ਤੋਂ ਜ਼ਿਆਦਾ, ਇਹਦੇ ਵਿੱਚ ਟੈਕਨੋਲੋਜੀਜ਼ ਨੇ, ਬਹੁਤ ਸਾਰੀਆਂ ਪਾਲਿਸੀਜ਼ ਨੇ ਐਂਡ ਪ੍ਰੋਸੀਜਰ ਨੇ ਦੈਟ ਅਨੇਬਲ ਦੀ ਸਿਕਿਉਰ ਮੈਨੇਜਮੈਂਟ ਡਿਸਟਰੀਬਿਊਸ਼ਨ। ਜਿਹੜਾ ਕਹਿੰਦਾ ਕਿ ਅਨੇਬਲ ਕਰਦਾ ਸਿਕਿਉਰ ਮੈਨੇਜਮੈਂਟ ਹੈ, ਡਿਸਟਰੀਬਿਊਸ਼ਨ ਹੈ ਐਂਡ ਵੈਰੀਫਿਕੇਸ਼ਨ ਆਫ ਡਿਜੀਟਲ ਸਰਟੀਫਿਕੇਟ। ਡਿਜੀਟਲ ਸਰਟੀਫਿਕੇਟ ਦੀ ਇਹ ਵੈਰੀਫਿਕੇਸ਼ਨ ਪ੍ਰੋਵਾਈਡ ਕਰਦਾ ਐਂਡ ਪਬਲਿਕ ਪ੍ਰਾਈਵੇਟ ਕੀ ਪੇਅਰਸ। ਜਿਹੜਾ ਵੈਰੀਫਿਕੇਸ਼ਨ ਇਹ ਡਿਜੀਟਲ ਸਰਟੀਫਿਕੇਟ ਦੀ ਤੇ ਪਬਲਿਕ ਪ੍ਰਾਈਵੇਟ ਕੀ ਦੇ ਜਿਹੜਾ ਪੇਅਰ ਹੁੰਦਾ ਹੈ ਉਸ ਨੂੰ ਵੀ ਅਸੀਂ PKI ਦੇ ਨਾਲ ਵੈਰੀਫਾਈ ਕਰ ਸਕਦੇ ਹਾਂ। ਧਿਆਨ ਨਾਲ ਸਮਝੋ, ਆਪਾਂ ਇੱਕ ਲੇਮੈਨ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਫੋਰ ਐਗਜ਼ਾਮਪਲ ਇਹ ਆਪਣੇ ਕੋਲ ਇੱਕ ਯੂਨੀਵਰਸਿਟੀ ਹੈ, ਯੂਨੀਵਰਸਿਟੀ ਕਹਿ ਲਓ, ਹਨਾ। ਇਹ ਯੂਨੀਵਰਸਿਟੀ ਆ। ਇਹ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟ ਹੋਣਗੇ, ਪਹਿਲਾ, ਦੂਜਾ, ਤੀਜਾ, ਬਹੁਤ ਸਾਰੇ ਇੱਥੇ ਬੰਦੇ ਮਤਲਬ ਕੰਮ ਕਰਦੇ ਹੋਣਗੇ ਡਿਪਾਰਟਮੈਂਟਸ ਦੇ ਵਿੱਚ, ਹਨਾ। ਤੇ ਇਹ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਪੜ੍ਹਦੇ ਨੇ, ਜਿਹੜੇ ਸਟੂਡੈਂਟਸ ਨੂੰ ਇਹ ਸਰਟੀਫਿਕੇਟ ਇਸ਼ੂ ਕਰਦੇ ਨੇ। ਤਾਂ ਸਰਟੀਫਿਕੇਟ ਕੀ ਹੋ ਗਿਆ, ਜਿਵੇਂ ਆਪਾਂ ਪੜ੍ਹਿਆ ਹੈਗਾ ਡਿਜੀਟਲ ਸਰਟੀਫਿਕੇਟ, ਉਹ ਵਾਲਾ ਹੋ ਗਿਆ। ਸਰਟੀਫਿਕੇਟ ਕੀ ਕਰਦਾ, ਕਿਸੇ ਸਟੂਡੈਂਟ ਦੀ ਆਇਡੈਂਟੀਟੀ ਦੱਸਦਾ ਵੀ ਉਹਦੇ ਮਾਰਕਸ ਕਿੰਨੇ ਆਏ ਨੇ, ਹਨਾ। ਤੇ ਉਹ ਸਰਟੀਫਿਕੇਟ ਨੂੰ ਵੈਰੀਫਾਈ ਕੌਣ ਕਰਦਾ, ਯੂਨੀਵਰਸਿਟੀ ਕਰਦੀ ਆ। ਤਾਂ ਯੂਨੀਵਰਸਿਟੀ ਨੂੰ ਆਪਾਂ PKI ਕਹਿ ਲਈਏ, ਪਬਲਿਕ ਕੀ ਇਨਫਰਾਸਟ੍ਰਕਚਰ। ਤਾਂ PKI ਇੱਕ ਕਹਿ ਸਕਦੇ ਆ ਵੀ ਇਨਫਰਾਸਟ੍ਰਕਚਰ ਹੈ। ਇਨਫਰਾਸਟ੍ਰਕਚਰ ਕੀ ਹੁੰਦਾ, ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਨੇਜ ਹੁੰਦੀਆਂ ਨੇ। ਹੁਣ ਡਿਪਾਰਟਮੈਂਟ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟ ਆਉਂਦੇ ਨੇ। ਉਹ ਕੀ ਕਰਦੇ ਨੇ, ਸਟੂਡੈਂਟ ਨੂੰ ਮੈਨੇਜ ਕਰਦੇ ਨੇ, ਉਹਨਾਂ ਦੇ ਸਰਟੀਫਿਕੇਸ਼ਨ ਦੀ ਵੈਰੀਫਿਕੇਸ਼ਨ ਹੁੰਦੀ ਹੈ। ਜੇ ਸਰਟੀਫਿਕੇਟ ਗੁੰਮ ਹੋ ਜਾਂਦਾ ਹੈ ਤਾਂ ਡੁਪਲੀਕੇਟ ਆਪਾਂ ਨੂੰ ਕੱਢ ਕੇ ਦੇ ਦਿੰਦੇ ਨੇ, ਹਨਾ। ਤਾਂ ਸਰਟੀਫਿਕੇਟ ਦੇਖੋ, ਯੂਨੀਵਰਸਿਟੀ ਹੋ ਗਿਆ PKI, ਜਿੰਨੇ ਵੀ ਸਟੂਡੈਂਟ ਨੂੰ ਮਿਲੇ ਉਹ ਹੋ ਗਏ ਸਰਟੀਫਿਕੇਟ,
ਤੇ ਡਿਜੀਟਲ ਸਿਗਨੇਚਰ ਕਿਹੜੇ ਹੋ ਗਏ? ਸਿਗਨੇਚਰ ਤੁਹਾਡੇ ਸਟੂਡੈਂਟ ਦੇ ਸਿਗਨੇਚਰ, ਚਾਹੇ ਟੀਚਰ ਦੇ ਸਿਗਨੇਚਰ, ਹਨਾ, ਉਹ ਸਿਗਨੇਚਰ ਕੀ ਕਰਦੇ ਨੇ? ਉਹ ਇੱਕ ਸਿਕਿਉਰ ਕਮਿਊਨੀਕੇਸ਼ਨ ਪ੍ਰੋਵਾਈਡ ਕਰਦੇ ਨੇ। ਮੰਨ ਲਓ ਹੁਣ ਵਾਈਸ ਚਾਂਸਲਰ ਨੇ ਜਿੱਥੇ ਸਾਈਨ ਕੀਤੇ ਕਿਸੇ ਚੀਜ਼ ਤੇ, ਤਾਂ ਉਹੀ ਚੀਜ਼ ਫਿਰ ਅਥੈਂਟਿਕ ਮੰਨੀ ਜਾਊਗੀ ਨਾ। ਤਾਂ ਸਿਗਨੇਚਰ ਵੀ ਤੁਸੀਂ ਸਮਝ ਗਏ ਮੇਨ ਕੀ ਕੰਮ ਕਰਦੇ ਨੇ, ਆਪਾਂ ਪੜ੍ਹਿਆ ਵੀ ਹੋਇਆ। ਸਿਗਨੇਚਰ ਮੇਨ ਸਾਨੂੰ ਅਥੈਂਟੀਕੇਸ਼ਨ, ਇੰਟੀਗ੍ਰਿਟੀ ਤੇ ਨਾਨ ਰੈਪੂਟੇਸ਼ਨ, ਇਹ ਚੀਜ਼ਾਂ ਪ੍ਰੋਵਾਈਡ ਕਰਦੇ ਨੇ। ਸਰਟੀਫਿਕੇਟ ਕੀ ਕਰਦਾ? ਸਰਟੀਫਿਕੇਟ ਉਸ ਉਸ ਐਂਟੀਟੀ ਦੀ ਆਇਡੈਂਟੀਟੀ ਨੂੰ ਸ਼ੋਅ ਕਰਦਾ। ਮਤਲਬ ਯੂਨੀਵਰਸਿਟੀ ਦੇ ਵਿੱਚ ਜੇ ਤੁਸੀਂ ਡਿਗਰੀ ਕੀਤੀ ਹੈ ਤਾਂ ਤੁਹਾਡੀ ਆਇਡੈਂਟੀਟੀ ਕਾਹਦੇ ਨਾਲ ਹੋਣੀ ਆ ਵੀ ਤੁਸੀਂ ਯੂਨੀਵਰਸਿਟੀ 'ਚ ਕੀਤੀ ਹੈ? ਸਰਟੀਫਿਕੇਟ ਦੇ ਨਾਲ। ਉਹ ਸਰਟੀਫਿਕੇਟ ਨੂੰ ਵੈਰੀਫਾਈ ਤੇ ਇਸ਼ੂ ਕੌਣ ਕਰਦਾ ਹੈ? ਯੂਨੀਵਰਸਿਟੀ ਕਰਦੀ ਆ। ਤਾਂ ਯੂਨੀਵਰਸਿਟੀ ਨੂੰ ਆਪਾਂ ਕਹਿ ਸਕਦੇ ਹਾਂ ਵੀ PKI ਹੈ। ਸਮਝਣਾ ਗੱਲ ਨੂੰ ਇਹ, ਠੀਕ ਹੈ, ਅੰਡਰਸਟੂਡ ਹੋ ਗਿਆ ਹੋਣਾ। ਦੁਬਾਰੇ ਪੜ੍ਹਦੇ ਹਾਂ ਆਨਲਾਈਨ। ਕਹਿੰਦਾ PKI ਕੀ ਹੈ? ਇਟ ਇਜ਼ ਅ ਸੈਟ ਆਫ ਟੈਕਨੋਲੋਜੀਜ਼, ਬਹੁਤ ਸਾਰੇ ਡਿਪਾਰਟਮੈਂਟ ਸਮਝ ਲਓ ਲੇਮੈਨ ਦੇ ਵਿੱਚ, ਪਾਲਿਸੀਜ਼ ਉਹਨਾਂ ਦੇ ਵਿੱਚ, ਡਿਪਾਰਟਮੈਂਟਾਂ ਦੇ ਵਿੱਚ ਰੂਲ ਰੈਗੂਲੇਸ਼ਨ, ਪਾਲਿਸੀਜ਼ ਐਂਡ ਪ੍ਰੋਸੀਜਰ, ਮੈਥਡਸ ਦੈਟ ਅਨੇਬਲ ਸਿਕਿਉਰ ਕਮਿਊਨੀਕੇਸ਼ਨ, ਜਿਹੜੇ ਕਹਿੰਦਾ ਸਿਕਿਉਰ ਕਮਿਊਨੀਕੇਸ਼ਨ ਨੂੰ ਅਨੇਬਲ ਕਰਦੇ ਨੇ। ਜਿਵੇਂ ਕਿ ਸਟੂਡੈਂਟਸ ਦੇ ਪ੍ਰੋਪਰ ਪੜ੍ਹਾਈ ਹੋਊਗੀ, ਪ੍ਰੋਪਰ ਹੀ ਉਸ ਦੇ ਮਾਰਕਸ ਲੱਗਣਗੇ, ਧੱਕੇ ਨਾਲ ਨਹੀਂ ਹੋਊਗਾ। ਬੇਸ਼ੱਕ ਧੱਕੇ ਨਾਲ ਬਹੁਤ ਕੁਝ ਹੋਇਆ ਪੰਜਾਬ ਦੇ ਵਿੱਚ, ਇੰਜੀਨੀਅਰਿੰਗ ਕਾਲਜ ਖੁੱਲੇ, ਪਰ ਹੁੰਦਾ ਤਾਂ ਹੈਗਾ ਨਾ ਵੀ ਨਹੀਂ ਹੋਊਗਾ, ਸਰਕਾਰੀ ਯੂਨੀਵਰਸਿਟੀਆਂ 'ਚ ਨਹੀਂ ਹੁੰਦਾ, ਪਰ ਚੱਲਦਾ ਸਭ ਕੁਝ ਆ। ਪਰ ਬਣਾਈਆਂ ਚੀਜ਼ਾਂ ਇਸ ਤਰੀਕੇ ਨਾਲ ਜਾਂਦੀਆਂ ਨੇ। ਮੈਨੇਜਮੈਂਟ ਡਿਸਟ੍ਰੀਬਿਊਸ਼ਨ ਸਰਟੀਫਿਕੇਟ ਘਰੇ ਆ ਜਾਂਦੇ ਨੇ। ਵੈਰੀਫਿਕੇਸ਼ਨ ਆਫ ਡਿਜੀਟਲ ਸਰਟੀਫਿਕੇਟ, ਆਪਣੀ ਹੁਣ ਆਪਾਂ ਵੈਸ ਬਣਾ ਕੇ ਜਾਂਦੇ ਆ ਫੋਰਨ ਦੇ ਵਿੱਚ, ਉਹ ਵੈਰੀਫਾਈ ਕਰਦੇ ਆ ਨਾ, ਇਕੁਇਵਲੈਂਟ ਸਟੱਡੀ ਦਿਖਾਈ ਜਾਂਦੀ ਹੈ ਫੋਰਨ ਦੇ ਨਾਲ। ਐਂਡ ਪਬਲਿਕ ਪ੍ਰਾਈਵੇਟ ਕੀ ਪੇਅਰ, ਇਹਨਾਂ ਨੂੰ ਇਹ ਵੈਰੀਫਾਈ ਕਰਦਾ। ਤਾਂ ਮੈਨੂੰ ਲੱਗਦਾ ਤੁਸੀਂ ਸਮਝ ਗਏ ਹੋਵੋਗੇ। PKI ਪ੍ਰੋਵਾਈਡ ਏ ਫਰੇਮਵਰਕ ਫਰੇਮਵਰਕ ਹੁੰਦਾ ਢਾਂਚਾ, ਇਹ ਢਾਂਚਾ ਪ੍ਰੋਵਾਈਡ ਕਰਦਾ ਕਾਹਦੇ ਲਈ? ਫॉर ਸਿਕਿਉਰ ਕਮਿਊਨੀਕੇਸ਼ਨ ਦੇ ਲਈ। ਸਿਕਿਉਰ ਕਮਿਊਨੀਕੇਸ਼ਨ ਦੇ ਵਿੱਚ ਅਥੈਂਟੀਕੇਸ਼ਨ, ਡੇਟਾ ਇੰਟੀਗ੍ਰਿਟੀ ਇਨ ਵੇਰੀਅਸ ਐਪਲੀਕੇਸ਼ਨ। ਕਲੀਅਰ ਹੋਈ ਗੱਲ? ਤਾਂ PKI ਇੱਕ ਯੂਨੀਵਰਸਿਟੀ ਹੈ, ਢਾਂਚਾ ਹੈ, ਫਰੇਮਵਰਕ ਹੈ, ਜਿਹੜਾ ਸਾਰੀਆਂ ਚੀਜ਼ਾਂ ਨੂੰ, ਡਿਜੀਟਲ ਸਰਟੀਫਿਕੇਟ ਤੇ ਡਿਜੀਟਲ ਸਿਗਨੇਚਰ ਨੂੰ ਵੀ ਮੈਨੇਜ ਕਰਦਾ। ਤਾਂ ਹੁਣ ਕੰਪੋਨੈਂਟ ਦੇ ਵਿੱਚੋਂ ਸਵਾਲ ਬਣ ਸਕਦਾ ਵੀ PKI ਦੇ ਕੰਪੋਨੈਂਟ ਕਿਹੜੇ ਕਿਹੜੇ ਨੇ? PKI ਦੇ ਵਿੱਚ ਸਰਟੀਫਿਕੇਟ ਅਥਾਰਟੀ ਹੁੰਦੀ ਹੈ, ਲਾਸਟ ਪਾਰਟ ਦੇ ਵਿੱਚ ਮੈਂ ਕਰਾਇਆ। ਸਰਟੀਫਿਕੇਟ ਅਥਾਰਟੀ, ਰਜਿਸਟ੍ਰੇਸ਼ਨ ਅਥਾਰਟੀ, CRL ਹੁੰਦਾ ਹੈ, ਸਰਟੀਫਿਕੇਟ ਰੈਵੋਕੇਸ਼ਨ ਲਿਸਟ, OCSP ਵੀ ਪੜ੍ਹਿਆ ਸੀ ਆਪਾਂ, OCSP ਇਹ ਹੁਣ ਮੇਰੀ ਯਾਦ ਨਹੀਂ, ਆਪਾਂ ਦੇਖਦੇ ਹਾਂ ਅੱਗੇ। PKI ਅਨੇਬਲਡ ਐਂਟੀਟੀ, ਇਹ ਵਾਲੀਆਂ ਐਂਟੀਟੀ ਜਿਹੜੀਆਂ ਕੋਈ ਵੈਬਸਾਈਟ ਹੋ ਗਈ, ਕੋਈ ਆਪਣੇ ਕੋਲੇ ਇੰਡੀਵਿਜੂਅਲ ਹੋ ਗਿਆ ਬੰਦਾ, ਜਿਨ੍ਹਾਂ ਨੇ ਕੀ ਕਰਨਾ ਆਪਣਾ ਸਰਟੀਫਿਕੇਟ ਲੈਣਾ ਹੈ, ਉਹ ਐਂਟੀਟੀਜ਼ ਹੋ ਗਈਆਂ। ਤੇ ਸਰਟੀਫਿਕੇਟ ਦੀਆਂ ਪਾਲਿਸੀਜ਼ ਕੀ ਨੇ, ਕੀ ਉਹਦੇ ਰੂਲ ਰੈਗੂਲੇਸ਼ਨ ਨੇ, ਇਹ ਸਾਰੇ ਕੰਪੋਨੈਂਟ ਨੇ। ਇਹ ਸਵਾਲ ਪੁੱਛਿਆ ਜਾ ਸਕਦਾ। ਆਪਾਂ ਇੱਕ ਇੱਕ ਕਰਕੇ ਦੇਖਦੇ ਹਾਂ। ਕੰਪੋਨੈਂਟ ਆਫ PKI, ਸਭ ਤੋਂ ਪਹਿਲਾਂ ਸਰਟੀਫਿਕੇਟ ਅਥਾਰਟੀ। ਸਰਟੀਫਿਕੇਟ ਅਥਾਰਟੀ ਦੇ ਵਿੱਚ ਇਹਨੂੰ CA ਵੀ ਕਿਹਾ ਜਾਂਦਾ, ਕਈ ਵਾਰੀ ਐਬਰੀਵੇਸ਼ਨ ਇਸ ਦੀ ਪੁੱਛ ਸਕਦਾ। ਸਰਟੀਫਿਕੇਸ਼ਨ ਅਥਾਰਟੀ ਇਜ਼ ਏ ਟਰਸਟਡ ਐਂਟੀਟੀ ਰਿਸਪੌਂਸਿਬਲ ਫॉर ਇਸ਼ੂਇੰਗ ਐਂਡ ਮੈਨੇਜਿੰਗ ਡਿਜੀਟਲ ਸਰਟੀਫਿਕੇਟ। ਇਹ ਪਿਛਲੇ ਪਾਰਟ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਚੀਜ਼ ਪੜ੍ਹੀ ਹੈ ਕਿ ਇਹ ਇੱਕ ਰਿਸਪੌਂਸਿਬਲ ਅਥਾਰਟੀ ਹੈ, ਜਿਹੜੀ ਕੀ ਕਰਦੀ ਹੈ? ਇਸ਼ੂ ਕਰਦੀ ਹੈ ਤੇ ਮੈਨੇਜ ਕਰਦੀ ਹੈ ਕਾਸ ਨੂੰ? ਡਿਜੀਟਲ ਸਰਟੀਫਿਕੇਟ ਨੂੰ। ਤੇ ਡਿਜੀਟਲ ਸਰਟੀਫਿਕੇਟ ਕੀ ਕਰਦੇ ਨੇ? ਕਿਸੇ ਐਂਟੀਟੀ ਦੀ ਆਇਡੈਂਟੀਟੀ ਨੂੰ ਬਾਈਂਡ ਕਰਦੇ ਨੇ, ਕਿਸੇ ਐਂਟੀਟੀ ਨੂੰ ਉਹਦੀ ਪਹਿਚਾਣ ਦੇ ਨਾਲ ਜਿਹੜੇ ਬਾਈਂਡ ਜਾਂ ਬਾਉਂਡ ਕਰਦੇ ਨੇ, ਉਸ ਨੂੰ ਆਪਾਂ ਡਿਜੀਟਲ ਸਰਟੀਫਿਕੇਟ ਬੋਲ ਦਿੰਦੇ ਆ। ਇਟ ਵੈਰੀਫਾਈਜ਼ ਦੀ ਆਇਡੈਂਟੀਟੀ ਆਫ ਐਂਟੀਟੀ। ਦੇਖੋ ਮੈਂ ਆਹੀ ਗੱਲ ਦੱਸੀ, ਵੈਰੀਫਾਈ ਕਰਦਾ ਐਂਡ ਬਾਈਂਡਸ ਦੇਅਰ ਪਬਲਿਕ ਕੀ ਟੂ ਸਰਟੀਫਿਕੇਟ। ਇਹ ਮੈਂ ਸਵਾਲ ਵੀ ਤੁਹਾਨੂੰ ਕਰਾਇਆ ਸੀ ਵੀ ਕੀ ਕੰਮ ਕਰਦਾ ਇਹ? ਪਬਲਿਕ ਕੀ ਨੂੰ ਉਸ ਦੇ ਸਰਟੀਫਿਕੇਟ ਦੇ ਨਾਲ ਇਹ ਕੀ ਕਰਦਾ? ਬਾਈਂਡ ਕਰਦਾ। ਮੈਨੂੰ ਲੱਗਦਾ ਵੀ ਇਹ ਜਿਹੇ ਸਵਾਲ ਪੁੱਛੇ ਜਾ ਸਕਦੇ ਨੇ ਜੇ ਉਹੀ ਲੈਵਲ ਦਾ ਹੀ ਕੁਐਸਚਨ ਆਵੇ, ਹਨਾ। ਅੱਗੇ ਆ ਗਿਆ ਰਜਿਸਟ੍ਰੇਸ਼ਨ ਅਥਾਰਟੀ, ਜਿਹਨੂੰ RA ਬੋਲਦੇ ਆ। CA ਦਾ ਕੰਮ ਸਮਝ ਲਿਆ ਕਿ ਆਪਾਂ ਨੂੰ ਮੈਨੇਜ ਕਰਦਾ ਡਿਜੀਟਲ ਸਰਟੀਫਿਕੇਟ ਨੂੰ ਤੇ ਇਸ਼ੂ ਕਰਦਾ। ਹੁਣ RA ਦਾ ਕੀ ਕੰਮ ਹੈ? ਰਜਿਸਟ੍ਰੇਸ਼ਨ ਤੋਂ ਹੀ ਕਲੀਅਰ ਹੈ। RA ਐਕਟਸ ਐਜ਼ ਦੀ ਇੰਟਰਮੀਡੀਏਟ ਬਿਟਵੀਨ ਯੂਜ਼ਰ ਐਂਡ CA। ਹੁਣ ਇੱਕ ਯੂਜ਼ਰ ਆਇਆ ਯੂਜ਼ਰ ਆਪਣੇ ਕੋਲੇ, ਤੇ ਇੱਥੇ PKI ਹੈ, ਪਬਲਿਕ ਕੀ ਇਨਫਰਾਸਟ੍ਰਕਚਰ, ਇਹਦਾ ਇੱਕ ਕੰਪੋਨੈਂਟ ਹੈ। PKI ਦਾ ਕੰਪੋਨੈਂਟ ਕੀ ਹੈ? ਸਰਟੀਫਿਕੇਸ਼ਨ ਅਥਾਰਟੀ, ਉਹਦੇ ਵਿੱਚ ਹੀ ਰਜਿਸਟ੍ਰੇਸ਼ਨ ਅਥਾਰਟੀ ਹੈ। ਤਾਂ ਰਜਿਸਟ੍ਰੇਸ਼ਨ ਅਥਾਰਟੀ ਨੇ ਯੂਜ਼ਰ ਦੇ ਵਿੱਚ, RA ਨੇ ਯੂਜ਼ਰ ਦੇ ਵਿੱਚ, ਤੇ ਜਿਹੜੀ PKI ਦੇ ਵਿੱਚ, ਜਾਂ ਇਹਨੂੰ ਵਿੱਚ ਹੀ ਬਣਾ ਲਓ, ਬਾਹਰ ਨਾ ਬਣਾਓ, ਬਾਹਰ ਨਹੀਂ ਬਣਾਉਂਦੇ ਆਪਾਂ, ਤੁਹਾਨੂੰ ਫਿਰ ਇੰਝ ਲੱਗੂਗਾ ਵੀ ਇਹ ਕੀ ਜੇ ਹੋ ਰਿਹਾ ਹੈ। ਇੱਕ ਯੂਜ਼ਰ ਹੈ, ਯੂਜ਼ਰ ਆਇਆ PKI ਦੇ ਵਿੱਚ, PKI ਇੱਥੇ ਸਰਟੀਫਿਕੇਸ਼ਨ ਅਥਾਰਟੀ ਹੈ, ਇੱਥੇ ਰਜਿਸਟ੍ਰੇਸ਼ਨ ਅਥਾਰਟੀ ਹੈ। ਜਿਵੇਂ ਕਾਊਂਟਰ ਨਹੀਂ ਲੱਗਿਆ ਯੂਨੀਵਰਸਿਟੀ, ਦੇਖੋ ਆਪਾਂ ਉਹੀ ਐਗਜ਼ਾਮਪਲ ਬੜੀ ਵਧੀਆ ਆਪਣੀ, ਕੋਈ ਵੀ ਬੰਦਾ ਨਵਾਂ ਸਟੂਡੈਂਟ ਆਪਣੇ ਕੋਲ ਯੂਨੀਵਰਸਿਟੀ ਦੇ ਵਿੱਚ ਐਂਟਰ ਹੁੰਦਾ, ਸਭ ਤੋਂ ਪਹਿਲਾਂ ਉਹ ਇਨਕੁਆਇਰੀ ਤੇ ਜਾਂਦਾ ਹੈ
ਜਾਂ ਉਹ ਰਜਿਸਟ੍ਰੇਸ਼ਨ ਪੋਰਟਲ, ਐਡਮਿਸ਼ਨ ਪੋਰਟਲ ਰਜਿਸਟ੍ਰੇਸ਼ਨ ਹੁੰਦੀ ਹੈ, ਫਿਰ ਹੀ ਉਹਨੂੰ ਪ੍ਰੋਪਰ ਡਿਪਾਰਟਮੈਂਟ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਸਰਟੀਫਿਕੇਟ ਮਿਲਦਾ ਜਦੋਂ ਉਹ ਪੜ੍ਹਾਈ ਪੂਰੀ ਕਰ ਲੈਂਦਾ। ਤਾਂ ਰਜਿਸਟ੍ਰੇਸ਼ਨ ਅਥਾਰਟੀ ਇੰਟਰਮੀਡੀਏਟਰੀ ਹੈ ਯੂਜ਼ਰ ਦੇ ਵਿੱਚ ਤੇ ਸਰਟੀਫਿਕੇਸ਼ਨ ਅਥਾਰਟੀ ਦੇ ਵਿੱਚ। ਆਪਾਂ ਕਹਿ ਸਕਦੇ ਹਾਂ RA acts as an intermediary between user and CA। ਤਾਂ ਕੰਮ ਕੀ ਕਰਦਾ ਇਹ? ਇਟ ਵੈਰੀਫਾਈਜ਼ ਦੀ ਆਇਡੈਂਟੀਟੀ ਆਫ ਇੰਡੀਵਿਜੂਅਲ ਦੀ ਆਇਡੈਂਟੀਟੀ ਡਾਕੂਮੈਂਟੇਸ਼ਨ ਸਾਰਾ ਕੁਝ ਇਹ ਵੈਰੀਫਾਈ ਕਰਦਾ। ਔਰ ਆਰਗੇਨਾਈਜੇਸ਼ਨ ਬਿਫੋਰ ਫਾਰਵਰਡਿੰਗ ਦੀ ਸਰਟੀਫਿਕੇਟ ਰਿਕੁਐਸਟ ਟੂ CA ਤੇ ਜਾਣ ਤੋਂ ਪਹਿਲਾਂ ਹੀ ਇਹੀ ਵੈਰੀਫਾਈ ਕਰ ਲੈਂਦਾ। ਜੇ ਕੋਈ ਦਿੱਕਤ ਹੋਵੇ ਤਾਂ ਫਿਰ ਉਹ ਅੱਗੇ ਨਹੀਂ ਭੇਜਦਾ। ਜਿਵੇਂ ਤੁਸੀਂ ਐਡਮਿਸ਼ਨ ਲੈਣੀ ਹੈ ਯੂਨੀਵਰਸਿਟੀ ਦੇ ਵਿੱਚ, ਐਡਮਿਸ਼ਨ ਸੈੱਲ ਹੀ ਤੁਹਾਡੇ ਨਾਲ ਡੀਲ ਕਰੂਗਾ। ਜੇਕਰ ਤੁਸੀਂ ਸਾਰੀਆਂ ਕੰਡੀਸ਼ਨਾਂ ਪੂਰੀਆਂ ਨਹੀਂ ਕਰਦੇ ਤਾਂ ਤੁਹਾਨੂੰ ਫਿਰ ਉੱਥੇ ਐਡਮਿਸ਼ਨ ਨਹੀਂ ਮਿਲਣੀ। ਇਹ ਚੀਜ਼ਾਂ ਤੁਹਾਡੀਆਂ ਚੈੱਕ ਹੋ ਜਾਣਗੀਆਂ, ਥੋੜੀਆਂ ਚੀਜ਼ਾਂ ਸਿੰਪਲੀਫਾਈ ਕੀਤੀਆਂ ਜਾਂਦੀਆਂ ਨੇ। ਅਗਲਾ ਪੁਆਇੰਟ, ਸਰਟੀਫਿਕੇਟ ਰਿਪੋਜ਼ਿਟਰੀ ਦਾ ਮਤਲਬ ਹੁੰਦਾ ਇੱਕ ਡਾਟਾਬੇਸ ਜਿੱਥੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਰੱਖੀਆਂ ਜਾਂਦੀਆਂ ਨੇ। ਤਾਂ ਰਿਪੋਜ਼ਿਟਰੀ ਇਜ਼ ਅ ਸੈਂਟਰਲਾਈਜ਼ਡ ਡੇਟਾਬੇਸ। PKI ਦੇ ਵਿੱਚ ਇੱਕ ਸੈਂਟਰਲਾਈਜ਼ਡ ਡੇਟਾਬੇਸ ਹੁੰਦਾ ਹੈ, ਉਹਨੂੰ ਰਿਪੋਜ਼ਿਟਰੀ ਬੋਲਿਆ ਜਾਂਦਾ ਹੈ। ਔਰ ਡਾਇਰੈਕਟਰੀ ਜਾਂ ਫੋਲਡਰ ਡਾਇਰੈਕਟਰੀ ਵੀ ਕਹਿ ਸਕਦੇ ਹਾਂ। ਵੇਅਰ ਇਸ਼ੂਡ ਸਰਟੀਫਿਕੇਟ ਆਰ ਸਟੋਰਡ, ਜਿੱਥੇ ਜਿੰਨੇ ਵੀ ਇਸ਼ੂ ਕੀਤੇ ਹੋਏ ਸਰਟੀਫਿਕੇਟ ਹੁੰਦੇ ਨੇ ਉਹ ਸਟੋਰ ਕਰਕੇ ਰੱਖੇ ਜਾਂਦੇ ਨੇ। ਤਾਂ ਤੁਹਾਡੀਆਂ ਫਾਈਲਾਂ, ਜੇਕਰ ਤੁਸੀਂ ਯੂਨੀਵਰਸਿਟੀ ਤੋਂ ਡਿਗਰੀ ਕੀਤੀ ਹੈ, ਸਾਰੀਆਂ ਫਾਈਲਾਂ ਉੱਥੇ ਸਟੋਰ ਕੀਤੀਆਂ ਹੋਈਆਂ ਨੇ ਯੂਨੀਵਰਸਿਟੀ ਦੇ ਵਿੱਚ, ਹਨਾ, ਤਾਂ ਉਹਨੂੰ ਰਿਪੋਜ਼ਿਟਰੀ ਬੋਲ ਦਾਂਗੇ। ਇਟ ਅਲਾਓ ਯੂਜ਼ਰ ਟੂ ਐਕਸੈਸ ਐਂਡ ਰਿਟਰੀਵ ਪਬਲਿਕ ਕੀ ਸਰਟੀਫਿਕੇਟ। ਤਾਂ ਪਬਲਿਕ ਕੀ ਸਰਟੀਫਿਕੇਟਸ ਹੁੰਦੇ ਨੇ ਜਿਹੜੇ, ਜਿਵੇਂ ਆਪਾਂ ਡਿਜੀਟਲ ਸਰਟੀਫਿਕੇਟ ਦੇ ਵਿੱਚ ਪਬਲਿਕ ਕੀ ਹੁੰਦੀ ਹੈ ਵੈਰੀਫਾਈ ਕਰਨ ਦੇ ਲਈ। ਇਹ ਤੁਸੀਂ ਆਪਾਂ ਕੋਈ ਵੀ ਬੰਦਾ ਜਾ ਕੇ, ਹੁਣ ਮੇਰੇ ਸਰਟੀਫਿਕੇਟ ਪਏ ਹੋਣ ਰਿਪੋਜ਼ਿਟਰੀ ਦੇ ਵਿੱਚ, ਮੇਰੀ ਪਬਲਿਕ ਕੀ ਮੇਰੀ ਵੈਬਸਾਈਟ ਤੇ ਹੈ, ਤਾਂ ਉਹ ਵੈਬਸਾਈਟ ਦੇ ਵਿੱਚੋਂ ਆਪਾਂ ਬੰਦਾ ਕੋਈ ਵੀ ਵੈਰੀਫਾਈ ਕਰ ਸਕਦਾ ਵੀ ਇਹ ਜੈਨੂਨ ਹੈ ਕਿ ਨਹੀਂ। ਲਾਸਟ ਪਾਰਟ 'ਚ ਆਪਾਂ ਗੱਲ ਕੀਤੀ ਸੀ। ਅਗਲਾ CRL, ਇਹ ਸਰਟੀਫਿਕੇਟ ਰੈਵੋਕੇਸ਼ਨ ਲਿਸਟ ਆ, ਮੈਂ ਨਾਮ ਭੁੱਲ ਗਿਆ ਸੀਗਾ। OSCP ਹੁੰਦਾ ਆਨਲਾਈਨ ਸਰਟੀਫਿਕੇਟ ਸਟੇਟਸ ਪ੍ਰੋਟੋਕਾਲ। ਇੱਕੋ ਹੀ ਗੱਲ ਹੈ ਇਹ। ਇੱਥੇ ਜਿਹੜੇ ਵੀ ਸਰਟੀਫਿਕੇਟ ਜਿਹੜੇ ਰੱਦ ਕੀਤੇ ਜਾਂਦੇ ਨੇ, ਕੈਂਸਲ ਕੀਤੇ ਜਾਂਦੇ ਨੇ, ਰਿਵੋਕ ਕੀਤੇ ਜਾਂਦੇ ਨੇ, ਉਹ ਸਾਰਿਆਂ ਦੀ ਲਿਸਟ ਪਈ ਹੁੰਦੀ ਹੈ। ਜਿਵੇਂ UGC ਇੱਕ ਲਿਸਟ ਮੇਨਟੇਨ ਕਰਦਾ ਵੀ ਇੰਡੀਆ ਦੇ ਵਿੱਚ ਫੇਕ ਯੂਨੀਵਰਸਿਟੀਜ਼ ਕਿੰਨੀਆਂ ਨੇ, ਹਨਾ। ਸੋ ਇਟ ਹੈਲਪਸ ਯੂਜ਼ਰ ਆਇਡੈਂਟੀਫਾਈ ਐਂਡ ਰਿਜੈਕਟ ਕੰਪਰੋਮਾਈਜ਼ਡ ਔਰ ਇਨਵੈਲਿਡ ਸਰਟੀਫਿਕੇਟ। ਹੁਣ ਕੋਈ ਕੰਪਨੀ ਜਾਂ ਕੋਈ ਆਰਗੇਨਾਈਜੇਸ਼ਨ ਧੱਕੇ ਨਹੀਂ ਕਹੀ ਜਾਵੇ ਵੀ ਮੇਰੇ ਕੋਲ ਸਰਟੀਫਿਕੇਟ ਹੈਗਾ, ਮੈਂ ਸਿਕਿਉਰ ਹਾਂ, ਪਰ ਅਸੀਂ ਲਿਸਟ ਦੇ ਵਿੱਚ ਚੈੱਕ ਕਰ ਸਕਦੇ ਹਾਂ। CRL ਲਿਸਟ ਦੇ ਵਿੱਚ ਸਰਟੀਫਿਕੇਟ ਰੈਵੋਕੇਸ਼ਨ ਲਿਸਟ। ਅੱਗੇ ਆ ਗਿਆ ਸਰਟੀਫਿਕੇਟ ਪਾਲਿਸੀ, ਜਿਹਨੂੰ CP ਵੀ ਕਹਿੰਦੇ ਆ। CP is a document that defines the rule and procedure governing the PKI system। ਤਾਂ CP ਮੇਨ ਜਿਹੜਾ ਰੂਲ ਤੇ ਰੈਗੂਲੇਸ਼ਨ ਸਟੋਰ ਕਰਦਾ, ਜਿਹੜਾ ਗਵਰਨ ਕਰਨ ਦੇ ਲਈ, ਮੈਨੇਜ ਕਰਨ ਦੇ ਲਈ PKI ਸਿਸਟਮ ਦੇ ਲਈ ਹੈ। ਇਟ ਆਊਟਲਾਈਨ ਦੀ ਕ੍ਰਾਈਟੇਰੀਆ ਫॉर ਸਰਟੀਫਿਕੇਟ ਇਸ਼ੂਐਂਸ, ਰੈਵੋਕੇਸ਼ਨ ਐਂਡ ਯੂਜ਼ਸ। ਇਹ ਆਊਟਲਾਈਨ ਦੱਸਦਾ ਵੀ ਕਿਹੜਾ ਕ੍ਰਾਈਟੇਰੀਆ ਵਰਤ ਕੇ ਅਸੀਂ ਸਰਟੀਫਿਕੇਟ ਨੂੰ ਇਸ਼ੂ ਕਰੀਏ, ਉਹਨੂੰ ਵਾਪਸ ਲਈਏ ਤੇ ਉਹਦਾ ਯੂਜ਼ ਕਿਵੇਂ ਦਾ ਹੋਵੇ। ਤਾਂ ਇਹ ਹੁੰਦਾ CP ਸਰਟੀਫਿਕੇਟ ਪਾਲਿਸੀ। ਦੂਸਰਾ ਹੁੰਦਾ ਹੈ CPS ਸਰਟੀਫਿਕੇਸ਼ਨ ਪ੍ਰੈਕਟਿਸ ਸਟੇਟਮੈਂਟ। ਦੇਖੋ ਇੱਕੋ ਜਿਹੀਆਂ ਲੱਗਣਗੀਆਂ ਤੁਹਾਨੂੰ। The CPS is a detailed document that provide specific information about the CA's policy। ਤਾਂ ਜਿਹੜਾ ਸਰਟੀਫਿਕੇਟ ਪ੍ਰੈਕਟਿਸ ਹੈ, ਇਹ ਤਾਂ ਓਵਰਆਲ PKI ਬਾਰੇ ਦੱਸਦਾ ਸਿਸਟਮ ਦੇ ਵਿੱਚ। ਜਿਹੜਾ CPS ਹੈ, ਇਹ PKI ਦੇ ਵਿੱਚ ਜਿਹੜਾ ਸਰਟੀਫਿਕੇਸ਼ਨ ਅਥਾਰਟੀ ਹੁੰਦਾ ਹੈ ਉਹਦੇ ਬਾਰੇ ਇਹਦੇ ਵਿੱਚ ਡਿਟੇਲ ਡਾਕੂਮੈਂਟ ਹੁੰਦਾ ਵੀ ਇੱਕ ਸਰਟੀਫਿਕੇਟ ਅਥਾਰਟੀ ਉਹ ਕਿਵੇਂ ਪ੍ਰੈਕਟਿਸ ਕਰ ਸਕਦੀ ਹੈ, ਕਿਵੇਂ ਉਹ ਸਰਟੀਫਿਕੇਟ ਡਿਜੀਟਲ ਸਰਟੀਫਿਕੇਟ ਇਸ਼ੂ ਕਰ ਸਕਦੀ ਹੈ, ਕੀ ਪ੍ਰੋਸੀਜਰ ਹੈ, ਸਾਰੀਆਂ ਚੀਜ਼ਾਂ ਨੂੰ ਕਿਵੇਂ ਕਰ ਸਕਦਾ ਹੈ। ਇੱਕ CA ਦੂਜੇ CA ਨਾਲ ਕਮਿਊਨੀਕੇਟ ਕਿਵੇਂ ਕਰ ਸਕਦਾ। ਲਾਸਟ ਪਾਰਟ ਦੇ ਵਿੱਚ ਆਪਾਂ ਲਿਸਟ ਆਫ CA ਦੇਖੇ ਸੀ, ਹਨਾ, ਉਹ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਉਹਨਾਂ ਦਾ ਕਮਿਊਨੀਕੇਸ਼ਨ ਹੋਊਗਾ। ਇਹ ਸਾਰੇ ਕਾਹਦੇ ਚ ਆਉਂਦੇ ਨੇ? ਸਰਟੀਫਿਕੇਸ਼ਨ ਪ੍ਰੈਕਟਿਸ ਸਟੇਟਮੈਂਟ ਦੇ ਵਿੱਚ। ਜੇ ਡਿਫਰੈਂਸ ਦੇਖਣਾ ਚਾਹੁੰਦੇ ਹੋ ਤਾਂ ਦੇਖ ਸਕਦੇ ਹੋ। CPS is detailed cooperation document specific to a particular CA। ਇੱਕ CA ਦੇ ਨਾਲ ਉਹਦਾ particular ਹੁੰਦਾ ਹੈ, ਬਟ CP ਹੁੰਦਾ ਜਿਹੜਾ ਓਵਰਆਲ ਹੁੰਦਾ PKI ਦੇ ਨਾਲ, ਪਾਲਿਸੀ ਦੇ ਨਾਲ ਦੇਖਦਾ, ਹਨਾ। ਤਾਂ ਇਹ ਉਹੀ ਚੀਜ਼ਾਂ ਲਿਖੀਆਂ ਹੋਈਆਂ ਨੇ, ਪੜ੍ਹ ਲਿਓ ਤੁਸੀਂ, ਸੌਖਾ ਕੰਮ ਹੈ ਇਹ। ਮੈਂ ਵੈਸੇ ਹੀ ਦੱਸਤਾ, ਤੁਸੀਂ ਅਗਰ ਥਿਊਰੀ ਪੜ੍ਹਨਾ ਚਾਹੁੰਦੇ ਹੋ ਤਾਂ ਥਿਊਰੀ ਪੜ੍ਹ ਸਕਦੇ ਹੋ, ਠੀਕ ਹੈ। ਕੰਟੈਂਟ ਬਾਰੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਉਂਦੇ ਨੇ, ਮੈਨੂੰ ਅੱਛਾ ਲੱਗਦਾ ਕਿ ਤੁਹਾਨੂੰ ਕੰਟੈਂਟ ਜਿਹੜਾ ਅੱਛਾ ਲੱਗ ਰਿਹਾ, ਤੁਹਾਨੂੰ ਠੀਕ ਲੱਗ ਰਿਹਾ, ਵਧੀਆ ਲੱਗ ਰਿਹਾ, ਹਨਾ। ਆਪਾਂ ਤੁਹਾਡੀ ਡਿਮਾਂਡ ਤੇ ਹੀ ਲੈ ਕੇ ਆਏ ਹਾਂ। ਤੇ ਕਾਪੀ ਕਰਨ ਵਾਲੇ ਵੀ ਬੜੇ ਹੁੰਦੇ ਆ, ਵੀ ਕਰੀ ਜਾਂਦੇ, ਚਲੋ ਹਨਾ, ਜਿਹਨੇ ਕਰਨਾ ਕਰੀ ਜਾਂਦਾ, ਪਰ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ
ਤੇ ਤੁਸੀਂ ਸ਼ੇਅਰ ਕਰ ਦਿਆ ਕਰੋ, ਦੱਬ ਕੇ ਰੱਖੋ ਕੰਮ, ਠੀਕ ਆ। ਆਪਾਂ ਹੋਰ ਵੀ ਵਧੀਆ ਲੈ ਕੇ ਆਵਾਂਗੇ ਚੀਜ਼ਾਂ। ਸੋ ਹੁਣ ਹੌਸਲਾ ਵੱਧਦਾ ਥੋੜਾ ਜਿਹਾ ਵੀ ਹੌਲੀ ਹੌਲੀ ਗਰੋ ਕਰ ਰਹੇ ਹਾਂ ਆਪਾਂ। ਸੋ ਇਹ ਤੁਹਾਡਾ ਹੀ ਫਰਜ਼ ਬਣਦਾ ਹੁਣ ਵੀ ਤੁਸੀਂ ਚੀਜ਼ਾਂ ਨੂੰ ਸ਼ੇਅਰ ਕਰਨਾ, ਕਿਉਂਕਿ ਤੁਸੀਂ ਜ਼ਿਆਦਾ ਗਰੁੱਪਾਂ ਦੇ ਵਿੱਚ ਜੁੜੇ ਹੋਏ ਹੋ ਨਾ ਚੀਜ਼ਾਂ ਦੇ ਨਾਲ, ਤੁਹਾਡੇ ਨਾਲ ਸਾਰੇ ਬੱਚੇ ਤਿਆਰੀ ਕਰ ਰਹੇ ਨੇ ਹਨਾ, ਤਾਂ ਤੁਹਾਡਾ ਵੀ ਫਰਜ਼ ਬਣਦਾ ਵੀ ਥੋੜਾ ਜਿਹਾ ਮੈਨੂੰ ਲੱਗਦਾ ਵੀ ਜੇ ਹੈਲਪ ਕਰੋਗੇ ਤਾਂ ਆਪਾਂ ਹੋਰ ਚੀਜ਼ਾਂ ਥੋੜ੍ਹੀਆਂ ਜਿਹੀਆਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਹਨਾ। ਸੋ ਅਗਲਾ ਕੁਝ ਹੋਰ ਰਹਿੰਦੇ ਨੇ ਕੰਪੋਨੈਂਟ। ਕੀ ਪੇਅਰ ਹੁੰਦੇ ਨੇ ਆਪਣੇ ਕੋਲੇ ਪਬਲਿਕ ਤੇ ਪ੍ਰਾਈਵੇਟ ਕੀ ਦੇ, ਉਹ ਵੀ ਪਾਰਟ ਨੇ ਕਿਹਦਾ, PKI ਦਾ। ਫਿਰ ਡਿਜੀਟਲ ਸਰਟੀਫਿਕੇਟ ਹੁੰਦੇ ਨੇ। ਡਿਜੀਟਲ ਸਰਟੀਫਿਕੇਟ ਇਜ਼ ਇਲੈਕਟ੍ਰੋਨਿਕ ਡਾਕੂਮੈਂਟ ਦੈਟ ਬਾਈਂਡਸ ਪਬਲਿਕ ਕੀ ਟੂ ਆਇਡੈਂਟੀ ਆਫ ਦੈਟ ਐਂਟੀਟੀ। ਇਹ ਵੀ ਆਪਾਂ ਦੇਖਿਆ ਵੀ ਪਬਲਿਕ ਕੀ ਨੂੰ ਆਇਡੈਂਟੀ ਆਫ ਦੈਟ ਐਂਟੀਟੀ ਤਾਂ ਸਮਝਦੇ ਹੋ ਨਾ, ਵੈਬਸਾਈਟ ਹੋ ਗਿਆ, ਕੋਈ ਇੰਡੀਵਿਜੂਅਲ ਹੋ ਗਿਆ, ਉਹਨੂੰ ਆਪਾਂ ਐਂਟੀਟੀ ਬੋਲਦੇ ਹਾਂ। ਤੇ ਇਹਦੇ ਵਿੱਚ ਇਹ ਲਾਸਟ ਪਾਰਟ 'ਚ ਪੜ੍ਹਿਆ ਸੀਗਾ ਵੀ ਸਰਟੀਫਿਕੇਟ ਦੇ ਵਿੱਚ ਐਂਟੀਟੀ ਨੇਮ, ਪਬਲਿਕ ਕੀ, ਵੈਲਿਡਿਟੀ ਪੀਰੀਅਡ, CA, ਡਿਜੀਟਲ ਸਿਗਨੇਚਰ, ਸਾਰਾ ਕੁਝ ਹੁੰਦਾ। ਅੱਗੇ ਆ ਗਿਆ ਸਰਟੀਫਿਕੇਟ ਵੈਲੀਡੇਸ਼ਨ ਸਿਸਟਮ। ਇਹਦੇ ਵਿੱਚ ਰੱਖਿਆ ਜਾਂਦਾ ਵੀ ਦਿਸ ਕੰਪੋਨੈਂਟ ਪਰਫਾਰਮਸ ਦੀ ਵੈਲੀਡੇਸ਼ਨ ਆਫ ਡਿਜੀਟਲ ਸਰਟੀਫਿਕੇਟ ਡਿਊਰਿੰਗ ਦੀ ਵੈਰੀਫਿਕੇਸ਼ਨ ਪ੍ਰੋਸੈਸ। ਜਦੋਂ ਵੈਰੀਫਿਕੇਸ਼ਨ ਪ੍ਰੋਸੈਸ ਹੁੰਦਾ ਤਾਂ ਇਹ ਵੈਲੀਡੇਸ਼ਨ ਪਰਫਾਰਮ ਕਰਦਾ। ਇਟ ਚੈਕਸ ਦੀ ਸਰਟੀਫਿਕੇਟ ਇੰਟੀਗ੍ਰਿਟੀ, ਐਕਸਪਾਇਰੇਸ਼ਨ, ਰੈਵੋਕੇਸ਼ਨ ਸਟੇਟਸ ਐਂਡ ਵੈਰੀਫਾਈ ਦੀ CA ਡਿਜੀਟਲ ਸਿਗਨੇਚਰ। ਤਾਂ CA ਦੇ ਇਹ ਡਿਜੀਟਲ ਸਿਗਨੇਚਰ ਸਾਰੀਆਂ ਚੀਜ਼ਾਂ ਇਹ ਕੰਪੋਨੈਂਟ ਦੇ ਵਿੱਚ ਹੁੰਦਾ। ਸਰਟੀਫਿਕੇਟ ਐਨਰੋਲਮੈਂਟ ਪ੍ਰੋਟੋਕੋਲ। This protocol allows user to request and obtain digital certificate from CA। ਇਹ ਪ੍ਰੋਟੋਕੋਲ ਦੇ ਨਾਲ ਵਰਤ ਕੇ ਯੂਜ਼ਰ ਹੁੰਦਾ ਜਿਹੜਾ ਉਹ obtain ਕਰਦਾ ਡਿਜੀਟਲ ਸਰਟੀਫਿਕੇਟ ਕਾਹਦੇ ਤੋਂ, CA ਤੋਂ। It typically involved secure communication channel and authentication mechanism to ensure the validity of the certificate request। ਤਾਂ ਇਹ ਸਾਰੇ ਮਤਲਬ ਆਪਣੇ ਕੋਲੇ ਕੰਪੋਨੈਂਟ ਹੋ ਗਏ। ਇਹਨਾਂ ਦੇ ਨਾਮ ਪੜ੍ਹ ਲਿਓ, ਜੇ ਤੁਹਾਨੂੰ ਵਿੱਚੋਂ ਸਮਝ ਆ ਗਈਆਂ ਚੀਜ਼ਾਂ ਤਾਂ ਵਿੱਚੋਂ ਵੀ ਪੜ੍ਹ ਲਿਓ। ਕਈ ਵਾਰੀ ਹੁਣ ਪੁੱਛੇ ਜਾਂਦੇ ਨੇ, ਜਿਵੇਂ 2-4 ਸਵਾਲ ਤਾਂ ਉਹ ਵਿੰਗ ਡੇਢ ਪੁੱਛਦਾ, ਤਾਂ ਸਿਕਿਉਰਿਟੀ ਦੇ ਵਿੱਚੋਂ ਮੈਨੂੰ ਲੱਗਦਾ ਨਹੀਂ ਵੀ ਤੁਹਾਡਾ ਇੰਨੀ ਡਿਟੇਲ ਦੇ ਵਿੱਚੋਂ ਪੜ੍ਹਨ ਤੋਂ ਬਾਅਦ ਕੋਈ ਸਵਾਲ ਆਪਣਾ ਅੱਗੇ ਪਿੱਛੇ ਹੋ ਸਕਦਾ ਹਨਾ। ਸੋ ਹੁਣ ਆਪਾਂ ਸਮਝਦੇ ਹਾਂ ਵੀ ਜਿਹੜਾ PKI ਹੈ ਉਹਦੇ 'ਚ ਕੀ ਫਰਕ ਹੈ, ਡਿਜੀਟਲ ਸਿਗਨੇਚਰ ਦੇ ਵਿੱਚ ਕੀ ਫਰਕ ਹੈ, ਡਿਜੀਟਲ ਸਰਟੀਫਿਕੇਟ ਦੇ ਵਿੱਚ ਕੀ ਫਰਕ ਹੈ। ਵੈਸੇ ਤਾਂ ਮੈਂ ਤੁਹਾਨੂੰ ਸਮਝਾਤਾ, ਪਰ ਥਿਊਰੀ ਪੜ੍ਹ ਕੇ ਹੁਣ ਥੋੜਾ ਜਿਹਾ ਦੁਬਾਰਾ ਐਨਾਲਿਸਿਸ ਕਰ ਸਕਦੇ ਹੋ ਤੁਸੀਂ। ਇਹ ਹੁੰਦਾ PKI ਕੰਟੇਨਰ, ਇੱਕ ਵੱਡਾ ਸਾਰਾ ਹਨਾ, ਤੇ ਇਹਨੂੰ ਯੂਨੀਵਰਸਿਟੀ ਦੇ ਨਾਲ ਆਪਾਂ ਇੱਕ ਐਜ਼ ਏ ਲੇਮੈਨ ਐਗਜ਼ਾਮਪਲ ਦੇ ਨਾਲ ਰਿਲੇਟ ਕੀਤਾ ਸੀ ਵੀ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟ ਹੋ ਸਕਦੇ ਨੇ ਹਨਾ। ਉਵੇਂ ਹੀ PKI ਦੇ ਬਹੁਤ ਸਾਰੇ ਕੰਪੋਨੈਂਟ ਨੇ, ਸਰਟੀਫਿਕੇਸ਼ਨ ਅਥਾਰਟੀ, ਰਜਿਸਟ੍ਰੇਸ਼ਨ ਅਥਾਰਟੀ, ਸਰਟੀਫਿਕੇਟ ਰੈਵੋਕੇਸ਼ਨ ਲਿਸਟ ਹਨਾ, ਇੱਕ CP ਵਰਗੇ ਸੀ। ਇਹ ਸਾਰੇ ਕੰਪੋਨੈਂਟ ਨੇ। ਤੇ ਯੂਨੀਵਰਸਿਟੀ ਦੇ ਵਿੱਚ ਵੀ ਡਿਪਾਰਟਮੈਂਟ ਨੇ, ਟੀਚਿੰਗ ਦੇ ਡਿਪਾਰਟਮੈਂਟ, ਨੌਨ ਟੀਚਿੰਗ ਦੇ, ਸਿਕਿਉਰਿਟੀ ਵਾਲੇ ਬੰਦੇ, ਲਾਇਬ੍ਰੇਰੀ ਵਾਲੇ, ਵੱਖੋ ਵੱਖਰੇ ਹਨਾ, ਸਪੋਰਟਸ ਵਾਲੇ, ਉਹ ਸਾਰਿਆਂ ਦਾ ਕੰਮ ਹੁੰਦਾ, ਇੱਕ ਸਪੈਸੀਫਾਈਡ ਕੰਮ ਹੁੰਦਾ। ਤਾਂ ਇਹਨਾਂ ਦੇ ਵਿੱਚ ਡਿਜੀਟਲ ਸਰਟੀਫਿਕੇਟ ਕਿਹੜਾ ਹੋਊਗਾ, ਇਹ ਵਾਲਾ, ਜਿਹੜੇ ਕਿ ਆਪਣੇ ਕੋਲੇ ਐਡਮਿਨ ਬਲਾਕ ਵਾਲੇ ਜਿਹੜੇ ਆਪਾਂ ਨੂੰ ਸਰਟੀਫਿਕੇਟ ਇਸ਼ੂ ਕਰਨਗੇ, ਉਹ ਡਿਜੀਟਲ ਸਰਟੀਫਿਕੇਟ ਨੇ। ਤਾਂ ਸਰਟੀਫਿਕੇਟ, ਡਿਜੀਟਲ ਸਰਟੀਫਿਕੇਟ ਕਰਦਾ ਕੀ ਹੈ, ਉਸ ਪਰਸਨ ਦੀ ਆਇਡੈਂਟੀਟੀ ਨੂੰ ਉਹ ਪਰਸਨ ਦੇ ਨਾਲ ਬਾਈਂਡ ਕਰ ਦਿੰਦਾ, ਜਾਂ ਕਿਸੇ ਐਂਟੀਟੀ ਨੂੰ ਉਹਦੀ ਆਇਡੈਂਟੀਟੀ ਦੇ ਨਾਲ ਬਾਈਂਡ ਕਰ ਦਿੰਦਾ। ਮੰਨ ਲਓ ਤੁਸੀਂ ਡਿਗਰੀ ਕੀਤੀ, ਤੁਸੀਂ PhD ਕੀਤੀ ਯੂਨੀਵਰਸਿਟੀ ਤੋਂ, ਤਾਂ ਤੁਹਾਡੇ ਨਾਲ ਤੁਹਾਡੀ ਆਇਡੈਂਟੀਟੀ ਨੂੰ ਬਾਈਂਡ ਕੌਣ ਕਰੂਗਾ, ਤੁਹਾਡਾ ਸਰਟੀਫਿਕੇਟ ਕਰੂਗਾ। ਅਦਰਵਾਈਜ਼ ਤੁਸੀਂ ਕਹੀ ਜਾਓ ਵੀ ਮੈਂ ਤਾਂ 3 PhDਆਂ ਕੀਤੀਆਂ, ਮੈਂ ਕਹਿੰਦਾ ਮੈਂ 8 PhDਆਂ ਕਰੀ ਫਿਰਦਾ, ਪਰ ਜਿੰਨੇ ਚਿਰ ਮੇਰੇ ਕੋਲ ਸਰਟੀਫਿਕੇਟ ਨਹੀਂ ਹੈ ਉਹਨਾਂ ਚਿਰ ਤਾਂ ਨਹੀਂ ਮੈਂ ਕਹਿ ਸਕਦਾ ਨਾ। ਤਾਂ ਉਹ ਕੀ ਕਰਦਾ, ਸਾਡੀ ਆਇਡੈਂਟੀਟੀ ਨੂੰ ਸਾਡੇ ਨਾਲ ਬਾਈਂਡ ਕਰਦਾ। ਡਿਜੀਟਲ ਸਿਗਨੇਚਰ ਮੇਰਾ ਇੱਕ ਪਰਸਨਲ ਸਿਗਨੇਚਰ ਆ, ਜਿਹੜਾ ਮੈਂ ਸਾਈਨ ਕਰਕੇ ਯੂਨੀਵਰਸਿਟੀ ਨੂੰ ਦਿੰਦਾ, ਤਾਂ ਹੀ ਉਹ ਮੇਰੇ ਤੇ ਟਰਸਟ ਕਰਦੇ ਨੇ। ਤਾਂ ਆਨਲਾਈਨ ਫਾਰਮ ਦੇ ਵਿੱਚ ਡਿਜੀਟਲ ਸਿਗਨੇਚਰ ਸਾਨੂੰ ਕੀ ਕਰਦਾ, ਅਥੈਂਟੀਕੇਸ਼ਨ, ਨੌਨ ਰੈਪੂਟੇਸ਼ਨ ਤੇ ਇੰਟੀਗ੍ਰਿਟੀ। ਉਹ ਚੀਜ਼ਾਂ ਆਪਾਂ ਸਾਰੀਆਂ ਪੜ੍ਹ ਚੁੱਕੇ ਹਾਂ। ਸੋ ਡੇਟਾ ਵੀ ਦੇ ਦੇਣਾ ਤੁਹਾਨੂੰ। PKI ਇਜ਼ ਏ ਇਨਫਰਾਸਟ੍ਰਕਚਰ, ਇੱਕ ਬੁਨਿਆਦੀ ਢਾਂਚਾ that manage the issuance, ਜਿਹੜਾ issuance ਹੁੰਦਾ ਹੈ, and validation of digital certificate, ਜਿਹੜਾ ਕਿ ਬੁਨਿਆਦੀ ਢਾਂਚਾ ਜਿਹੜਾ ਮੈਨੇਜ ਕਰਦਾ ਹੈ ਇਸ਼ੂ ਕਰਨਾ ਤੇ ਵੈਲੀਡੇਟ ਕਰਨਾ ਡਿਜੀਟਲ ਸਰਟੀਫਿਕੇਟ ਨੂੰ। while digital certificate are electronic document that bind a public key to an entity, ਕਿਸੇ ਐਂਟੀਟੀ ਦੀ ਉਹਦੀ ਪਬਲਿਕ ਕੀ ਨੂੰ ਉਹਦੇ ਨਾਲ ਬਾਈਂਡ ਕਰ ਦਿੰਦਾ, ਇਹ ਡਿਜੀਟਲ ਸਰਟੀਫਿਕੇਟ ਹੁੰਦਾ। Digital signature, on the other hand, are cryptographic techniques used to provide integrity, authenticity, and non-repudiation of digital data, typically applied to document or message। ਆਪਾਂ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ, ਜ਼ਿਆਦਾ ਐਕਸਪਲੇਨੇਸ਼ਨ ਦੀ ਲੋੜ ਨਹੀਂ ਹੈ। Digital certificate are often used in conjunction with digital signature।
ਕਹਿੰਦਾ ਇਹ ਇਕੱਠੇ ਯੂਜ਼ ਕੀਤੇ ਜਾ ਸਕਦੇ ਨੇ, ਕੰਜੰਕਸ਼ਨ ਇਕੱਠੇ, ਟੂ ਵੈਰੀਫਾਈ authenticity and integrity of digital signed data। ਜਿਹੜਾ ਡਿਜੀਟਲੀ ਸਾਈਨਡ ਡੇਟਾ ਉਹਦੀ ਇਹ authenticity ਤੇ ਇੰਟੀਗ੍ਰਿਟੀ ਨੂੰ ਟੈਸਟ ਕਰਦੇ। ਤਾਂ ਹੁਣ ਸਵਾਲ ਪੜ੍ਹਦੇ ਹਾਂ ਦੁਬਾਰੇ, ਸਵਾਲ ਤਾਂ ਦੇਖੋ ਪਹਿਲਾਂ ਹੀ ਹੋ ਗਿਆ ਸੀ। ਕਹਿੰਦਾ ਵਿਚ ਆਫ ਦੀ ਫੋਲੋਇੰਗ ਆਪਸ਼ਨ ਇਜ਼ ਅਲਾਉ ਦੀ ਕ੍ਰੀਏਸ਼ਨ ਆਫ ਡਿਜੀਟਲ ਸਿਗਨੇਚਰ। ਕਹਿੰਦਾ ਹੇਠ ਲਿਖਿਆ ਜੋ ਕਿਹੜੀ ਆਪਸ਼ਨ ਅਲਾਉ ਕਰਦੇ ਆ ਡਿਜੀਟਲ ਸਿਗਨੇਚਰ ਕ੍ਰੀਏਟ ਕਰਨ ਦੇ ਲਈ। ਆਪਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਵੀ PKI ਹੈ ਜਿਹੜਾ, ਇਹਦੇ ਵਿੱਚ ਹੀ ਆਪਣੇ ਕੋਲੇ ਡਿਜੀਟਲ ਸਰਟੀਫਿਕੇਟ ਹੁੰਦਾ ਤੇ ਇਹਦੇ ਦੁਆਰਾ ਹੀ ਆਪਾਂ ਕੀ ਕਰ ਸਕਦੇ ਹਾਂ ਡਿਜੀਟਲ ਸਿਗਨੇਚਰ। ਇਹ ਸਾਰਿਆਂ ਨੂੰ ਹੀ ਮੈਨੇਜ ਕਰਦਾ ਜਿਵੇਂ ਯੂਨੀਵਰਸਿਟੀ ਕਰਦੀ ਆ। ਤਾਂ ਆਨਸਰ ਫਿਰ ਇਹਦਾ ਹੈਗਾ ਪਬਲਿਕ ਕੀ ਇਨਫਰਾਸਟ੍ਰਕਚਰ। ਤਾਂ ਪਬਲਿਕ ਕੀ ਦੇ ਵਿੱਚ ਇੱਕ ਆਪਾਂ ਇਹ ਵੀ ਚੀਜ਼ ਪੜ੍ਹ ਲਈ ਨਾ, ਪਬਲਿਕ ਕੀ ਇਨਫਰਾਸਟ੍ਰਕਚਰ ਹੈ ਜਿਹੜਾ ਇਹ ਏਸਿਮੈਟ੍ਰਿਕ ਇਨਕ੍ਰਿਪਸ਼ਨ ਹੈ। ਏਸਿਮੈਟ੍ਰਿਕ ਦਾ ਮਤਲਬ ਇਹਦੇ ਵਿੱਚ ਦੋ ਚਾਬੀਆਂ ਵਰਤੀਆਂ ਜਾਂਦੀਆਂ ਨੇ, ਪ੍ਰਾਈਵੇਟ ਤੇ ਪਬਲਿਕ। ਠੀਕ ਹੈ, ਦੋ ਚਾਬੀਆਂ ਮੇਨਲੀ ਵਰਤੀਆਂ ਜਾਂਦੀਆਂ ਨੇ, ਪ੍ਰਾਈਵੇਟ ਤੇ ਪਬਲਿਕ। ਤੇ ਜੇ ਆਪਾਂ ਨੂੰ ਪੁੱਛ ਲਿਆ ਅੱਗੇ ਸਵਾਲ ਆਊਗਾ, ਜਦੋਂ ਸਵਾਲ ਤੇ ਡਿਸਕਸ ਕਰਦੇ ਹਾਂ, ਆਨਸਰ ਦਾ ਡੀ ਹੈ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਕੰਪੋਨੈਂਟ ਆਫ ਟਿਪ। ਇਹ ਮੈਂ ਕ੍ਰੀਏਟ ਕੀਤੇ ਹੋਏ ਨੇ, ਜਿਹੜੇ ਸਵਾਲ ਤੇ ਲੋਗੋ ਨਹੀਂ ਲੱਗਿਆ ਉਹ ਮੇਰੀ ਖੁਦ ਦੀ ਕ੍ਰੀਏਸ਼ਨ ਹੈ ਸਵਾਲਾਂ ਦੀ, ਹਨਾ। ਆਪਾਂ ਕਿਸੇ ਤੋਂ ਚੱਕੇ ਨਹੀਂ, ਆਨਲਾਈਨ ਵੀ ਨਹੀਂ ਚੱਕੇ। ਜੇ ਆਪਾਂ ਆਨਲਾਈਨ ਚੱਕਦੇ ਹਾਂ ਤਾਂ ਆਪਾਂ ਉੱਥੇ ਪ੍ਰੋਪਰ ਉਹਨੂੰ ਕੀ ਪਾਉਂਦੇ ਆ ਮੈਂਸ਼ਨ। ਮੇਰੀ ਆਦਤ ਹੈ ਵੀ ਐਵੇਂ ਆਪਾਂ ਕਿਸੇ ਦੀਆਂ ਚੀਜ਼ਾਂ ਚੱਕ ਕੇ ਨਹੀਂ ਪਾਉਂਦੇ। ਜੇ ਆਪਾਂ ਕਿਤੋਂ ਸੈਨ ਫਾਊਂਡਰੀ ਤੋਂ ਆਪਾਂ ਇੱਕ ਦੋ ਵਾਰੀ ਸਵਾਲ ਚੱਕੇ ਨੇ ਤਾਂ ਉਹਨਾਂ ਨੂੰ ਆਪਾਂ ਕ੍ਰੈਡਿਟ ਜ਼ਰੂਰ ਦਿੰਦੇ ਹਾਂ ਵੀ ਇੱਥੋਂ ਸਵਾਲ ਨੇ, ਤੇ ਇਹ ਮੇਰੇ ਖੁਦ ਕ੍ਰੀਏਟ ਕੀਤੇ ਹੋਏ ਸਵਾਲ ਨੇ। ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਕੰਪੋਨੈਂਟ ਆਫ ਏ ਟਿਪੀਕਲ PKI ਸਿਸਟਮ। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ PKI ਦਾ ਕਿਹੜਾ ਕੰਪੋਨੈਂਟ ਨਹੀਂ ਹੈ। ਸਰਟੀਫਿਕੇਸ਼ਨ ਅਥਾਰਟੀ ਹੈਗਾ, ਰਜਿਸਟ੍ਰੇਸ਼ਨ ਅਥਾਰਟੀ ਵੀ ਹੈਗਾ, ਚਲੋ ਠੀਕ ਲਾ ਲਓ ਵੀ ਹੈਗਾ। ਵੈਸੇ ਆਪਾਂ ਨਾਟ ਕੰਪੋਨੈਂਟ ਕਿਹਾ ਤਾਂ ਆਨਸਰ ਉਹਦੇ ਤੇ ਠੀਕ ਲੱਗੂਗਾ। ਤੇ ਸਰਟੀਫਿਕੇਸ਼ਨ ਰੈਵੋਕੇਸ਼ਨ ਲਿਸਟ ਇਹ ਵੀ ਹੈਗਾ, ਇਹ ਨਹੀਂ ਹੈਗਾ। ਪ੍ਰਾਈਵੇਟ ਕੀ ਸਰਵਰ ਨਹੀਂ ਹੁੰਦਾ ਕੁਛ, ਆਨਸਰ ਫਿਰ ਸੀ ਹੈ। ਅਗਲਾ ਸਵਾਲ ਕਹਿੰਦਾ ਵਾਟ ਇਜ਼ ਦੀ ਪ੍ਰਾਇਮਰੀ ਪਰਪਸ ਆਫ ਸਰਟੀਫਿਕੇਸ਼ਨ ਅਥਾਰਟੀ ਇਨ ਏ PKI ਸਿਸਟਮ। ਸਰਟੀਫਿਕੇਸ਼ਨ ਅਥਾਰਟੀ ਦਾ ਕੀ ਕੰਮ ਹੁੰਦਾ। ਹੁਣ ਆਪਾਂ ਨੂੰ ਪਤਾ ਵੀ ਡਿਜੀਟਲ ਸਰਟੀਫਿਕੇਟ ਨੂੰ ਮੈਨੇਜ ਕੌਣ ਕਰਦਾ, ਸਰਟੀਫਿਕੇਸ਼ਨ ਅਥਾਰਟੀ। ਇਹ ਇਸ਼ੂ ਕਰ ਦਿੰਦਾ ਤੇ ਉਸ ਦੇ ਸਾਈਨ ਕਰ ਦਿੰਦਾ ਡਿਜੀਟਲ ਸਰਟੀਫਿਕੇਟ ਨੂੰ, ਹਨਾ। ਤਾਂ ਆਪਾਂ ਥੱਲੋਂ ਦੇਖਦੇ ਹਾਂ, ਟੂ ਡਿਸਟਰੀਬਿਊਟ ਪਬਲਿਕ ਕੀ ਟੂ ਆਲ ਐਂਟਿਟੀ, ਇਹ ਵੀ ਨਹੀਂ ਹੁੰਦਾ ਕੰਮ। ਟੂ ਅਥੈਂਟੀਕੇਟ ਯੂਜ਼ਰ ਡਿਊਰਿੰਗ ਰਜਿਸਟ੍ਰੇਸ਼ਨ ਨਹੀਂ। ਟੂ ਮੈਨੇਜ ਪ੍ਰਾਈਵੇਟ ਕੀ ਫॉर ਆਲ ਯੂਜ਼ਰ, ਬਿਲਕੁਲ ਵੀ ਨਹੀਂ ਹੈ। ਟੂ ਇਸ਼ੂ ਐਂਡ ਸਾਈਨ ਡਿਜੀਟਲ ਸਰਟੀਫਿਕੇਟ, ਇਹ ਗੱਲ ਬਿਲਕੁਲ ਠੀਕ ਹੈ। ਇਸ਼ੂ ਕਰਦੇ ਨੇ ਤੇ ਸਾਈਨ ਕਰਦੇ ਨੇ ਡਿਜੀਟਲ ਸਰਟੀਫਿਕੇਟ, ਕਿਹਦਾ ਕੰਮ ਹੈ, ਸਰਟੀਫਿਕੇਸ਼ਨ ਅਥਾਰਟੀ ਦਾ। ਅਗਲਾ ਸਵਾਲ ਇਹੀ ਮੈਂ ਦੱਸਣਾ ਸੀ, ਮੈਂ ਕਿਹਾ ਵੀ ਕੁਐਸਚਨ ਦੇ ਹਿਸਾਬ ਨਾਲ ਦੇਖਾਂਗੇ। ਕਹਿੰਦਾ ਬਟ ਕ੍ਰਿਪਟੋਗ੍ਰਾਫਿਕ ਐਲਗੋਰਿਥਮ ਇਜ਼ ਕਾਮਨਲੀ ਯੂਜ਼ਡ ਇਨ PKI ਸਿਸਟਮ ਫॉर ਡਿਜੀਟਲ ਸਿਗਨੇਚਰ ਐਂਡ ਇਨਕ੍ਰਿਪਸ਼ਨ। ਕਹਿੰਦਾ ਬਟ ਕ੍ਰਿਪਟੋਗ੍ਰਾਫਿਕ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਕ੍ਰਿਪਟੋਗ੍ਰਾਫਿਕ ਐਲਗੋਰਿਥਮ ਕਾਮਨਲੀ ਯੂਜ਼ਡ ਇਨ PKI ਸਿਸਟਮ। ਹੁਣ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਨਾ ਵੀ PKI ਸਿਸਟਮ ਸਿਮੈਟ੍ਰਿਕ ਹੈਗਾ ਕਿ ਏਸਿਮੈਟ੍ਰਿਕ ਹੈ। ਆਪਾਂ ਨੂੰ ਪਤਾ ਏਸਿਮੈਟ੍ਰਿਕ ਹੈ। ਆਹ ਐਲਗੋਰਿਥਮ AES ਤੇ SHA ਇਹ ਸਿਮੈਟ੍ਰਿਕ ਬੇਸ ਨੇ। ਆਹ ਤਾਂ ਵੈਸੇ ਵੀ ਮੈਸੇਜ ਡਾਈਜੈਸਟ ਹੈ, HMAC ਵੀ ਦੋਨੋਂ ਮੈਸੇਜ ਡਾਈਜੈਸਟ ਨੇ। ਆਹ ਸਿਮੈਟ੍ਰਿਕ ਇੱਕੋ ਹੀ ਬਚਿਆ, ਤਾਂ ਆਨਸਰ ਫਿਰ ਹੈਗਾ RSA। RSA ਵੀ ਵਰਤ ਸਕਦੇ ਹਾਂ ਆਪਾਂ, DSA ਵੀ ਹੋ ਸਕਦਾ ਹੈ, ਡਿਫੀ ਹਿਲਮੈਨ ਵੀ ਹੋ ਸਕਦਾ। ਜਿੰਨੇ ਵੀ ਏਸਿਮੈਟ੍ਰਿਕ ਦੇ ਉਹ ਕੋਈ ਵੀ ਆਪਸ਼ਨ 'ਚ ਹੋਊਗਾ ਤਾਂ ਹੋ ਸਕਦੇ ਨੇ। ਅਗਲਾ ਸਵਾਲ ਵਿਚ ਕੀਜ਼ ਇਨਕਲੂਡਡ ਇਨ ਡਿਜੀਟਲ ਸਰਟੀਫਿਕੇਟ ਇਨ PKI। ਇਹ ਪਿਛਲੇ ਵਾਰੀ ਵੀ ਆਪਾਂ ਕਰ ਚੁੱਕੇ ਹਾਂ ਵੀ ਡਿਜੀਟਲ ਸਰਟੀਫਿਕੇਟ ਦੇ ਵਿੱਚ ਕਿਹੜੀ ਕੀ ਹੁੰਦੀ ਹੈ। ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਪਬਲਿਕ ਕੀ ਹੁੰਦੀ ਹੈ, ਪ੍ਰਾਈਵੇਟ ਕੀ ਹੈ ਜਿਹੜੀ ਸੀਕ੍ਰੇਟ ਰੱਖੀ ਜਾਂਦੀ ਹੈ, ਪਬਲਿਕ ਤਾਂ ਹੁੰਦੀ ਹੈ ਵੀ ਉਹਦੇ ਨਾਲ ਕੋਈ ਵੀ ਇਨਕ੍ਰਿਪਸ਼ਨ ਕਰਕੇ ਭੇਜ ਸਕਦਾ। ਅਗਲਾ ਸਵਾਲ ਦੇਖੋ, ਬੜਾ ਸੋਹਣਾ ਸਵਾਲ ਹੈ। what is the role of registration authority in PKI system। ਰਜਿਸਟ੍ਰੇਸ਼ਨ ਅਥਾਰਟੀ ਆਪਾਂ ਨੂੰ ਪਤਾ ਇੰਟਰਫੇਸ ਐਕਟ ਕਰਦਾ ਬਿਟਵੀਨ ਯੂਜ਼ਰ ਤੇ ਸਰਟੀਫਿਕੇਸ਼ਨ ਅਥਾਰਟੀ ਦੇ। ਤਾਂ ਆਪਾਂ ਪੜ੍ਹਦੇ ਹਾਂ ਟੂ ਇਨਕ੍ਰਿਪਟ ਐਂਡ ਡੀਕ੍ਰਿਪਟ ਮੈਸੇਜ, ਇਹ ਤਾਂ ਬਿਲਕੁਲ ਨਹੀਂ ਹੈ। ਟੂ ਮੈਨੇਜ ਦੀ ਪ੍ਰਾਈਵੇਟ ਕੀ ਇਨਫਰਾਸਟ੍ਰਕਚਰ, PKI ਨੂੰ ਇਹ ਮੈਨੇਜ ਨਹੀਂ ਕਰਦਾ। ਟੂ ਇਸ਼ੂ ਐਂਡ ਰਿਵੋਕ ਡਿਜੀਟਲ ਸਰਟੀਫਿਕੇਟ, ਇਹ ਕੰਮ ਕੀਤਾ ਸਰਟੀਫਿਕੇਸ਼ਨ ਅਥਾਰਟੀ ਦਾ। ਟੂ ਵੈਰੀਫਾਈ ਦੀ ਆਇਡੈਂਟੀਟੀ ਆਫ ਸਰਟੀਫਿਕੇਟ ਐਪਲੀਕੈਂਟ, ਤਾਂ ਯੂਜ਼ਰ ਦੀ ਇਹ ਆਇਡੈਂਟੀਟੀ ਨੂੰ ਵੈਰੀਫਾਈ ਕਰਦਾ, ਜਿਵੇਂ ਐਡਮਿਸ਼ਨ ਸੈੱਲ ਆਪਾਂ ਕਿਹਾ ਸੀ ਯੂਨੀਵਰਸਿਟੀ ਦੇ ਵਿੱਚ। ਅਗਲਾ ਸਵਾਲ ਹੈ ਵਿਚ ਕੰਪੋਨੈਂਟ ਆਫ ਪਬਲਿਕ ਕੀ ਇਨਫਰਾਸਟ੍ਰਕਚਰ ਇਸ਼ੂ ਡਿਜੀਟਲ ਸਰਟੀਫਿਕੇਟ। ਦੇਖੋ ਬੜਾ ਸੋਹਣਾ ਸਵਾਲ ਹੈ। ਡਿਜੀਟਲ ਸਰਟੀਫਿਕੇਟ ਕਹਿੰਦਾ ਕਿਹੜਾ ਕੰਪੋਨੈਂਟ ਕਰਦਾ। ਆਪਾਂ ਹੁਣੀ ਪੜ੍ਹ ਕੇ ਆਏ ਆ ਵੀ ਰਜਿਸਟ੍ਰੇਸ਼ਨ ਅਥਾਰਟੀ ਹੈ, ਸੌਰੀ ਗਲਤ ਹੋ ਗਿਆ, ਸਰਟੀਫਿਕੇਸ਼ਨ ਅਥਾਰਟੀ। ਰਜਿਸਟ੍ਰੇਸ਼ਨ ਤਾਂ ਇੰਟਰਫੇਸ ਸੀ ਨਾ, ਸਰਟੀਫਿਕੇਸ਼ਨ ਅਥਾਰਟੀ ਦਾ ਕਰੈਕਟ ਆਨਸਰ। ਅਗਲਾ ਸਵਾਲ ਹੈ ਦੇਖੋ, ਇਹ 2021 ਦਾ ਸਵਾਲ ਹੈ, 18 ਅਗਸਤ ਪੇਪਰ 2 ਤੇ S3 ਸ਼ਿਫਟ 3। ਤਾਂ ਦੇਖਦੇ ਹਾਂ ਆਪਾਂ ਸਵਾਲ ਕੀ ਕਹਿੰਦਾ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਐਨ ਐਡਵਾਂਟੇਜ ਆਫ ਕੀ ਮੈਨੇਜਮੈਂਟ ਥਰੂ ਪਬਲਿਕ ਕੀ ਟੈਕਨੀਕਸ।
ਦੇਖੋ ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਐਡਵਾਂਟੇਜ ਹੈਗਾ ਜਿਹੜਾ ਪਬਲਿਕ ਕੀ ਟੈਕਨੀਕਸ ਆ, ਕੀ ਮੈਨੇਜਮੈਂਟ ਕਰਨੀ ਆ ਪਬਲਿਕ ਕੀ ਟੈਕਨੀਕਸ ਦੇ ਵਿੱਚ। ਤਾਂ ਪਹਿਲਾ ਆਪਸ਼ਨ ਹੈ ਕਹਿੰਦਾ ਨੋ ਟਰਸਟਡ ਥਰਡ ਪਾਰਟੀ ਇਜ਼ ਰਿਕੁਆਇਰਡ, ਤੁਹਾਨੂੰ ਕੋਈ ਵੀ ਥਰਡ ਪਾਰਟੀ ਨਹੀਂ ਚਾਹੀਦਾ ਜੇਕਰ ਤੁਸੀਂ ਪਬਲਿਕ ਕੀ ਮੈਨੇਜਮੈਂਟ ਯੂਜ਼ ਕਰੋਗੇ। ਤੇ ਕਹਿੰਦਾ ਦੀ ਪਬਲਿਕ ਫਾਈਲ ਕੁਡ ਰਿਜ਼ਾਈਡ ਵਿਦ ਈਚ ਐਂਟੀਟੀ, ਕਹਿੰਦਾ ਪਬਲਿਕ ਫਾਈਲ ਹੈ ਕਹਿੰਦਾ ਜਿਹੜੇ ਹਰੇਕ ਐਂਟੀਟੀ ਦੇ ਨਾਲ ਐਗਜ਼ਿਸਟ ਕਰਦੀ ਹੈ। ਤਾਂ ਪਹਿਲਾਂ ਆਪਾਂ ਨੂੰ ਸਮਝਣ ਦੀ ਲੋੜ ਹੈ ਵੀ ਦੋ ਤਰ੍ਹਾਂ ਦੇ ਕਮਿਊਨੀਕੇਸ਼ਨ ਹੁੰਦੇ ਨੇ, ਸਿਮੈਟ੍ਰਿਕ ਐਂਡ ਏਸਿਮੈਟ੍ਰਿਕ। ਸਿਮੈਟ੍ਰਿਕ ਨੂੰ ਆਪਾਂ ਪਬਲਿਕ ਕੀ ਵੀ ਬੋਲਦੇ ਆ, ਇਸੇ ਨੂੰ ਸੀਕ੍ਰੇਟ ਕੀ ਵੀ ਬੋਲਦੇ ਆ, ਹਨਾ। ਪਬਲਿਕ ਸੌਰੀ ਗਲਤ ਹੋ ਗਿਆ, ਪਬਲਿਕ ਨਹੀਂ, ਇਹਨੂੰ ਪ੍ਰਾਈਵੇਟ, ਹਨਾ, ਮਿਸਟੇਕ ਹੋ ਗਈ, ਸਿਮੈਟ੍ਰਿਕ ਨੂੰ ਪ੍ਰਾਈਵੇਟ, ਠੀਕ ਹੈ। ਤੇ ਇਹਦੇ ਵਿੱਚ ਇੱਕੋ ਹੀ ਚਾਬੀ ਹੁੰਦੀ ਹੈ, ਇੱਕ ਕੀ, ਤੇ ਇਹਦੇ ਵਿੱਚ ਕਿੰਨੀਆਂ ਹੁੰਦੀਆਂ ਨੇ, ਦੋ ਕੀਜ਼। ਇਹ ਸਾਰੀਆਂ ਚੀਜ਼ਾਂ ਆਪਾਂ ਕਰ ਚੁੱਕੇ ਹਾਂ, ਵੈਸੇ ਹੀ ਤੁਹਾਨੂੰ ਕੀ ਕਹਾਂਗੇ, ਰਿਵਾਈਜ਼ ਕਰਾ ਰਿਹਾ। ਇਹਦੇ ਵਿੱਚ ਪਬਲਿਕ ਕੀ ਹੁੰਦੀ ਹੈ, ਸਿਮੈਟ੍ਰਿਕ ਨੂੰ ਪ੍ਰਾਈਵੇਟ ਤੇ ਸੀਕ੍ਰੇਟ ਕੀ ਕਹਿ ਸਕਦੇ ਆ, ਇਹਨੂੰ ਪਬਲਿਕ ਕੀ ਕਹਿ ਸਕਦੇ ਆ, ਹਨਾ। ਹੁਣ ਸਿਮੈਟ੍ਰਿਕ ਦੇ ਵਿੱਚ ਪ੍ਰੋਬਲਮ ਕੀ ਆਊਗੀ, ਇੱਕ ਚਾਬੀ ਹੂ ਮੈਂ ਤੁਹਾਡੇ ਨਾਲ ਕਮਿਊਨੀਕੇਟ ਕਰਨਾ, ਤਾਂ ਮੈਨੂੰ ਤੁਹਾਡੇ ਨਾਲ ਕੀ ਹੈ ਜਿਹੜੀ ਉਹ ਸ਼ੇਅਰ ਕਰਨੀ ਪਊਗੀ। ਤਾਂ ਹੁਣ ਮੈਂ ਡਾਇਰੈਕਟ ਵੈਬਸਾਈਟ ਤੇ ਸ਼ੇਅਰ ਕਰੂੰਗਾ ਤਾਂ ਕੋਈ ਵੀ ਦੇਖ ਸਕਦਾ, ਤਾਂ ਫਿਰ ਮੈਨੂੰ ਇੱਕ ਥਰਡ ਪਾਰਟੀ ਚਾਹੀਦਾ ਜਿਹੜਾ ਕਿ ਇਸ ਚੀਜ਼ ਦੀ ਗਰੰਟੀ ਲਵੇ ਵੀ ਮੈਂ ਤੇਰੀ ਕੀ ਸ਼ੇਅਰ ਕਰ ਦੂੰਗਾ, ਵੀ ਰਸਤੇ ਦੇ ਵਿੱਚ ਕਿਸੇ ਬੰਦੇ ਨੂੰ ਮੈਂ ਪਤਾ ਨਹੀਂ ਲੱਗਣ ਦਿੰਦਾ। ਤਾਂ ਬੜੀ ਵੱਡੀ ਦਿੱਕਤ ਹੈ ਵੀ ਇਹਦੇ ਲਈ ਵੀ ਬਹੁਤ ਸਾਰੇ ਜਿਵੇਂ ਡਿਫੀ ਹਿਲਮਨ ਹੈ, ਬਹੁਤ ਸਾਰੇ ਐਲਗੋਰਿਥਮ ਨੇ ਜਿਹੜੇ ਉਹ ਸਿਮੈਟ੍ਰਿਕ ਕੀ ਦੇ ਵਿੱਚ ਕੀ ਮੈਨੇਜਮੈਂਟ ਦੇ ਲਈ ਹੀ ਵਰਤੇ ਜਾਂਦੇ ਨੇ, ਕੀ ਨੂੰ ਸਾਂਭਣ ਦੇ ਲਈ, ਕੀ ਨੂੰ ਸੈਂਡਰ ਤੋਂ ਲੈ ਕੇ ਰਿਸੀਵਰ ਤੱਕ ਪਹੁੰਚਾਉਣ ਦੇ ਲਈ ਵਰਤੇ ਜਾਂਦੇ ਨੇ, ਜਿਹੜਾ ਕਿ ਹੈਕਟਿਕ ਟਾਸਕ ਹੈ। ਇਹਦੇ ਵਿੱਚ ਤੁਸੀਂ ਕੁਝ ਵੀ ਪਬਲਿਕ ਨਹੀਂ ਰੱਖ ਸਕਦੇ। ਜਿਹੜੀ ਸੀਕ੍ਰੇਟ ਕੀ ਹੈ ਇਹ ਤੁਹਾਨੂੰ ਲੁਕੋ ਕੇ ਰੱਖਣੀ ਪਊ, ਤੁਸੀਂ ਪਬਲਿਕ ਤਾਂ ਰੱਖ ਨਹੀਂ ਸਕਦੇ। ਪ੍ਰਾਈਵੇਟ ਕੀ ਆਊ, ਇੱਕੋ ਹੀ ਗੱਲ ਹੈ, ਹਨਾ। ਬਟ ਪਬਲਿਕ ਕੀ ਦੇ ਵਿੱਚ ਦੋ ਚਾਬੀਆਂ ਹੋਣ ਦੇ ਨਾਲ, ਇੱਕ ਹੁੰਦੀ ਆ ਪਬਲਿਕ, ਦੂਸਰੀ ਹੁੰਦੀ ਆ ਪ੍ਰਾਈਵੇਟ। ਤਾਂ ਤੁਸੀਂ ਕੀ ਕਰਦੇ ਹੋ, ਤੁਸੀਂ ਪ੍ਰਾਈਵੇਟ ਕੀ ਨੂੰ ਆਪਦੇ ਕੋਲੇ ਰੱਖ ਲਓ, ਪਬਲਿਕ ਕੀ ਆਪਣੀ ਵੈਬਸਾਈਟ ਤੇ ਪਾ ਦਿਓ। ਤਾਂ ਇੱਥੇ ਆਪਾਂ ਨੂੰ ਕੋਈ ਵੀ ਜਿਹੜੀ ਹੈ ਵੀ ਥਰਡ ਪਾਰਟੀ ਭਰੋਸੇਯੋਗਤਾ, ਥਰਡ ਪਾਰਟੀ ਟਰਸਟਡ ਥਰਡ ਪਾਰਟੀ ਸਾਨੂੰ ਨਹੀਂ ਚਾਹੀਦੀ। ਪਹਿਲੀ ਗੱਲ ਤਾਂ ਟਰਸਟਡ ਥਰਡ ਪਾਰਟੀ ਨਹੀਂ ਚਾਹੀਦੀ। ਕਿਉਂ ਨਹੀਂ ਚਾਹੀਦੀ, ਕਿਉਂਕਿ ਪ੍ਰਾਈਵੇਟ ਕੀ ਮੇਰੇ ਕੋਲੇ ਆਪਦੀ ਹੈ ਤੇ ਪਬਲਿਕ ਕੀ ਮੈਂ ਆਪਦੀ ਵੈਬਸਾਈਟ ਤੇ ਪਹਿਲਾਂ, ਮੈਨੂੰ ਲੋੜ ਨਹੀਂ ਕਿਸੇ ਦੀ। ਹਾਂ ਪੀਕੇਆਈ ਤਾਂ ਚਾਹੀਦਾ, ਪਬਲਿਕ ਕੀ ਇਨਫਰਾਸਟ੍ਰਕਚਰ, ਉਹੀ ਤਾਂ ਮੈਨੂੰ ਡਿਜੀਟਲ ਸਰਟੀਫਿਕੇਟ ਦੇਊਗਾ। ਡਿਜੀਟਲ ਸਰਟੀਫਿਕੇਟ ਨੂੰ ਵੈਰੀਫਾਈ ਕੌਣ ਕਰੂਗਾ, ਸਰਟੀਫਿਕੇਸ਼ਨ ਅਥਾਰਟੀ ਕਰੂਗੀ। ਉਹ ਚੀਜ਼ਾਂ ਤਾਂ ਚਾਹੀਦੀਆਂ ਨੇ, ਪਰ ਮੈਨੂੰ ਕੋਈ ਭਰੋਸੇਯੋਗ ਤੀਜਾ ਬੰਦਾ ਨਹੀਂ ਚਾਹੀਦਾ ਵੀ ਮੈਂ ਕਿਸੇ ਕੋਲ ਜਾ ਕੇ ਕਹਾਂ ਵੀ ਹਾਂ ਯਾਰ ਮੇਰੀ ਚਾਬੀ ਆ, ਸਾਂਭ ਕੇ ਰੱਖਿਓ। ਜਿਵੇਂ ਤੁਸੀਂ ਕੁਝ ਪ੍ਰਿੰਟ ਕਰੋਗੇ, ਤੁਸੀਂ ਪ੍ਰਾਪਰਟੀ ਲੈਣੇ ਹੋ, ਤੁਹਾਨੂੰ ਕਚਹਿਰੀਆਂ, ਕੋਰਟ ਕਚਹਿਰੀਆਂ, ਉਹ ਥਰਡ ਪਾਰਟੀ ਕਹਿ ਸਕਦੇ ਹੋ ਵੀ ਦੋ ਬੰਦਿਆਂ ਦੇ ਵਿੱਚ ਡੀਲ ਹੁੰਦੀ ਹੈ, ਸੌਦਾ ਹੁੰਦਾ ਹੈ, ਤਾਂ ਉੱਥੇ ਉਹ ਸੌਦੇ ਨੂੰ ਲਿਖਣ ਦੇ ਲਈ ਏਜੰਟ ਚਾਹੀਦੇ ਨੇ ਵਿੱਚ। ਪ੍ਰਾਈਵੇਟ ਸੌਦਾ ਆਪਾਂ ਕਾਰਾਂ ਖਰੀਦਦੇ ਹਾਂ, ਗੱਡੀਆਂ ਖਰੀਦਦੇ ਹਾਂ, ਬ੍ਰੋਕਰ ਚਾਹੀਦੇ ਨੇ ਨਾ ਵਿੱਚ। ਤਾਂ ਉਹ ਕਾਹਦੇ ਲਈ ਨੇ, ਕਿ ਦੋਨੇ ਧਿਰਾਂ ਮੁੱਕਰ ਨਾ ਸਕਣ, ਹਨਾ। ਤਾਂ ਉਵੇਂ ਹੀ ਸਰਕਾਰ ਵੀ ਸਾਡੇ ਵਿੱਚ ਥਰਡ ਪਾਰਟੀ ਹੈ। ਦੋ ਬੰਦੇ ਤੁਸੀਂ ਇੱਕ ਨੂੰ, ਵੈਸੇ ਤਾਂ ਕੋਠੀ ਦਾ ਅੱਜ ਕੱਲ੍ਹ ਬੜਾ ਰੌਲਾ ਚੱਲਦਾ, ਸੋ ਕੋਠੀ ਦੀ ਤਾਂ ਚਲੋ ਐਗਜ਼ਾਮਪਲ ਆਪਾਂ ਨਹੀਂ ਲੈਂਦੇ, ਤੁਸੀਂ ਗੱਡੀ ਵੇਚਤੀ, ਹਨਾ, ਕਿਸੇ ਚੀਜ਼ ਦੀ, ਤੁਸੀਂ ਜ਼ਮੀਨ ਖਰੀਦ ਲਈ। ਸੋ ਉਹ ਜ਼ਮੀਨ ਖਰੀਦੀ, ਤੁਸੀਂ ਰਜਿਸਟਰੀ ਕਰਾਈ, ਤਾਂ ਤੁਹਾਨੂੰ ਥਰਡ ਪਾਰਟੀ ਸਰਕਾਰ ਉਹਦੀ ਲੋੜ ਹੈ। ਬਟ ਜੇ ਤੁਸੀਂ ਏਸਿਮੈਟ੍ਰਿਕ ਕੀ ਯੂਜ਼ ਕਰੋਗੇ, ਫਿਰ ਤੁਹਾਨੂੰ ਉਸ ਦੀ ਥਰਡ ਪਾਰਟੀ ਦੀ ਜ਼ਰੂਰਤ ਨਹੀਂ। ਕਲੀਅਰ ਹੋਈ ਗੱਲ। ਕਹਿੰਦਾ ਦੁਬਾਰੇ ਪੜ੍ਹਦਾ ਮੈਂ ਸਵਾਲ, ਵਿਚ ਉਹਦੀ ਫੋਲੋਇੰਗ ਇਜ਼ ਐਡਵਾਂਟੇਜ ਆਫ ਕੀ ਮੈਨੇਜਮੈਂਟ ਥਰੂ ਪਬਲਿਕ ਕੀ ਟੈਕਨੀਕਸ। ਜੇ ਕਹਿੰਦਾ ਤੁਸੀਂ ਪਬਲਿਕ ਕੀ ਟੈਕਨੀਕ ਯੂਜ਼ ਕਰਦੇ ਹੋ ਤਾਂ ਹੇਠ ਲਿਖਿਆ ਜੋ ਕਿਹੜਾ ਐਡਵਾਂਟੇਜ ਆ। ਨੋ ਟਰਸਟਡ ਥਰਡ ਪਾਰਟੀ ਇਜ਼ ਰਿਕੁਆਇਰਡ, ਬਿਲਕੁਲ ਠੀਕ ਹੈ। ਦੀ ਪਬਲਿਕ ਫਾਈਲ ਕੁਡ ਰਿਜ਼ਾਈਡ ਵਿਦ ਈਚ ਐਂਟੀਟੀ, ਇਹ ਵੀ ਠੀਕ ਹੈ। ਹਰ ਬੰਦੇ ਕੋਲੇ ਆਪਣੀ ਕੀ ਹੋ ਸਕਦੀ ਹੈ, ਪਬਲਿਕ ਕੀ ਹੋ ਸਕਦੀ ਹੈ। ਫਿਰ ਵੀ ਜਸਟੀਫਿਕੇਸ਼ਨ ਦਿੱਤੀ ਹੋਈ ਹੈ, ਮੈਂ ਪੜ੍ਹ ਸਕਦੇ ਆਪਾਂ। ਨੋ ਟਰਸਟਡ ਥਰਡ ਪਾਰਟੀ ਇਜ਼ ਰਿਕੁਆਇਰਡ। ਕਹਿੰਦਾ ਕੀ ਮੈਨੇਜਮੈਂਟ ਥਰੂ ਪਬਲਿਕ ਕੀ ਟੈਕਨੀਕ ਐਲੀਮੀਨੇਟਸ ਦੀ ਨੀਡ ਫॉर trusted third party in public key infrastructure system each entity generate its own public private key pair। ਹਰੇਕ ਐਂਟੀਟੀ ਆਪਣਾ ਇੱਕ ਪੇਅਰ ਜਨਰੇਟ ਕਰ ਸਕਦਾ। ਪ੍ਰਾਈਵੇਟ ਕੀ ਰਿਮੇਨ ਸੀਕ੍ਰੇਟ, ਪ੍ਰਾਈਵੇਟ ਕੀ ਨੂੰ ਉਹ ਸੀਕ੍ਰੇਟ ਰੱਖੂਗਾ। ਨੋਨ ਓਨਲੀ ਟੂ ਐਂਟੀਟੀ, ਉਹ ਐਂਟੀਟੀ ਨੂੰ ਜਿਹਨੇ ਕ੍ਰੀਏਟ ਕੀਤੀ ਉਸੇ ਨੂੰ ਹੀ ਪਤਾ ਹੁੰਦਾ। ਵਾਈਲ ਪਬਲਿਕ ਕੀ ਇਜ਼ ਫ੍ਰੀਲੀ ਡਿਸਟਰੀਬਿਊਟ, ਆਪਦੀ ਵੈਬਸਾਈਟ ਤੇ ਕਿਸੇ ਨੂੰ ਵੀ ਦੇ ਸਕਦਾ ਬੰਦਾ, ਹਨਾ। ਜਿਵੇਂ ਹੁਣ ਆਪਣੀਆਂ ਨੋਟਸ ਨੇ, ਆਪਣੀਆਂ PDF ਨੇ, ਫ੍ਰੀਲੀ ਡਿਸਟਰੀਬਿਊਟ ਕਰਦੇ ਆਪਾਂ, ਇਹਦੇ ਕੋਈ ਆਪਾਂ ਚਾਰਜਸ ਨਹੀਂ ਹੈ, ਤੁਸੀਂ ਅੱਗੇ ਜਿੰਨਾ ਮਰਜ਼ੀ ਸ਼ੇਅਰ ਕਰ ਸਕਦੇ ਹੋ। ਹਾਂ, ਪਰ ਇਹ ਨਹੀਂ ਹੋਊਗਾ ਵੀ ਤੁਸੀਂ ਲੋਗੋ ਹਟਾ ਕੇ ਕੋਈ ਬੰਦਾ ਐਵੇਂ ਦਾ ਕਰੇ, ਫਿਰ ਤੁਸੀਂ ਆਪਾਂ ਨੂੰ ਇਨਫੋਰਮ ਕਰਿਓ। ਆਪਾਂ ਨੂੰ ਕਹਿਣਾ ਕੁਛ ਨਹੀਂ ਹੈ, ਪਰ ਐਟਲੀਸਟ ਉਹ ਬੰਦੇ ਦੀ ਕ੍ਰੈਡੀਬਿਲਿਟੀ ਪਤਾ ਹੋਣੀ ਚਾਹੀਦੀ ਹੈ। ਜੇ ਕੋਈ ਕੰਟੈਂਟ ਆਪਣਾ ਸ਼ੇਅਰ ਕਰਦਾ ਤਾਂ ਉਹ ਬੰਦੇ ਨੂੰ ਦੱਸੋ
ਕਿ ਤੁਸੀਂ ਕਿੰਨੇ ਕੁ ਤੁਹਾਡੀ ਕ੍ਰੈਡੀਬਿਲਿਟੀ ਹੈ ਚੀਜ਼ਾਂ ਨੂੰ, ਕਿਉਂਕਿ ਅੱਜ ਕੱਲ੍ਹ ਹੈ ਹੀ ਜ਼ਮਾਨਾ ਐਵੇਂ ਦਾ, ਹੈ ਨਾ। ਤਾਂ ਆਪਣੀਆਂ ਚੀਜ਼ਾਂ ਜੇ ਕੋਈ ਸ਼ੇਅਰ ਕਰਦਾ ਤੁਸੀਂ ਸਾਨੂੰ ਮੈਸੇਜ ਕਰੋ, ਐਟਲੀਸਟ ਆਪਾਂ ਸਾਰੇ ਬੰਦਿਆਂ ਨੂੰ, ਆਪਣੇ ਸਟੂਡੈਂਟਸ ਨੂੰ, ਜਿੰਨੇ ਵੀ ਤੁਸੀਂ ਨਾਲ ਜੁੜੇ ਹੋ ਉਹਨਾਂ ਨੂੰ ਅਵੇਅਰ ਕਰਾਂਗੇ, ਪ੍ਰੂਫ ਲਾਵਾਂਗੇ ਵੀ ਆਹ ਦੇਖੋ ਸਾਡਾ ਕੰਟੈਂਟ ਕਿਸੇ ਨੇ ਕਾਪੀ ਕੀਤਾ, ਕਰੀ ਜਾਵੇ, ਆਪਾਂ ਕਹਿਣਾ ਕੁਛ ਨਹੀਂ, ਕੋਈ ਚੱਕਰ ਨਹੀਂ, ਹੈ ਨਾ। ਕਿਉਂਕਿ ਇਹ ਚੀਜ਼ਾਂ ਤਾਂ ਟੁੱਟ ਹੀ ਜਾਣੀਆਂ ਨੇ। ਸਿਕਿਉਰਿਟੀ ਹੈ, ਆਪਾਂ ਸਿਕਿਉਰਿਟੀ ਦਾ ਚੈਪਟਰ ਪੜ੍ਹ ਰਹੇ ਹਾਂ, ਤਾਂ ਇਹ ਹੋ ਨਹੀਂ ਸਕਦਾ ਕਿ ਤੁਸੀਂ ਆਪਦੇ ਆਪ ਨੂੰ ਇੰਨਾ ਸਿਕਿਉਰ ਰੱਖ ਲਓ। ਤੇ ਵੈਸੇ ਵੀ ਆਪਣੀ ਸੋਚ ਨਹੀਂ, ਜੋ ਚੀਜ਼ਾਂ ਹੈਗੀਆਂ ਉਹ ਫ੍ਰੀ ਦੇਣੀਆਂ ਨੇ। ਜਿਹੜਾ ਕੁਛ ਕੋਰਸਿਸ ਬਣਾਏ ਨੇ, ਜਿਵੇਂ ਹੁਣ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਦੇ ਆਪਣੇ ਚੱਲ ਰਹੇ ਨੇ ਮੌਕ ਟੈਸਟ ਪੁਰਾਣੇ ਕੁਐਸਚਨਾਂ ਦੇ, ਉਹ ਤੁਸੀਂ ਲੈ ਸਕਦੇ ਹੋ। ਉਹ ਅਸੀਂ ਸਿੱਧੇ ਬੋਲ ਕੇ ਦੱਸਦੇ ਹਾਂ ਵੀ ਉਹ ਅਸੀਂ ਪੇਡ ਆ, ਕਿਉਂਕਿ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਕੁਐਸਚਨ ਇਕੱਠੇ ਕਰਨੇ, ਸਟੂਡੈਂਟਸ ਨੂੰ ਦੇਣੇ। ਤਾਂ ਜੇਕਰ ਤੁਸੀਂ ਉਹ ਕੋਰਸ ਲੈਣਾ ਚਾਹੁੰਦੇ ਹੋ ਤਾਂ ਉਹ ਤੁਸੀਂ 94,635,90,346 ਇਹ ਆਪਣਾ ਨੰਬਰ ਹੈ। ਤਾਂ ਲਾਸਟ ਮੂਵਮੈਂਟ ਤੇ ਜਾ ਕੇ ਜਿਨ੍ਹਾਂ ਬੱਚਿਆਂ ਦੇ 4-5 ਦਿਨ ਵੀ ਰਹਿੰਦੇ ਨੇ, ਜਿਹਨਾਂ ਬੱਚੇ 2 ਦਿਨ ਵੀ ਰਹਿੰਦੇ ਨੇ, ਤਾਂ ਵੀ ਤੁਹਾਨੂੰ ਇਹ ਕੋਰਸ ਨੇ ਬੈਨੀਫਿਟ ਦੇਣਾ। ਕਿਉਂ? ਕਿਉਂਕਿ ਇਹਦੇ ਵਿੱਚ ਸਾਡੇ ਕੋਲੇ 26 ਤੁਹਾਨੂੰ ਫੁੱਲ ਲੈਂਥ ਟੈਸਟ ਮਿਲਣਗੇ, 26 ਫੁੱਲ ਲੈਂਥ ਟੈਸਟ। ਮੈਂ ਬਹੁਤ ਵਾਰੀ ਸਟੂਡੈਂਟਸ ਨੂੰ ਦੱਸਦਾ ਵੀ ਸਟੂਡੈਂਟ ਮੈਨੂੰ ਪਰਸਨਲੀ ਮੈਸੇਜ ਕਰਕੇ ਪੁੱਛਦੇ ਨੇ ਵੀ ਕੀ ਕਰੀਏ। ਤਾਂ ਹੁਣ ਜੇ ਮੈਂ ਤੁਹਾਨੂੰ ਕਹਿ ਦਾਂ ਵੀ ਤੁਸੀਂ ਇਹ ਕਰ ਲਓ, ਫਿਰ ਤੁਹਾਨੂੰ ਲੱਗਦਾ ਵੀ ਵੇਚਣ ਦੇ ਮਾਰੇ ਕਰਦੇ ਨੇ। ਫਾਇਦਾ ਤਾਂ ਅਲਟੀਮੇਟਲੀ ਤੁਹਾਡਾ ਹੀ ਹੋਣਾ। ਕਿੰਨੇ ਰੁਪਏ ਦਾ ਕੋਰਸ ਹੈ? ਜਸਟ 249 ਦਾ। ਤੁਰੇ ਜਾਂਦੇ ਲਾ ਦਿੰਦੇ ਆ ਯਾਰ, ਤੁਰੇ ਜਾਂਦੇ ਕਿਤੇ ਪੀਜ਼ਾ ਖਾਣ ਖੜ ਕੇ 250 ਦਾ, ਤਾਂ ਮੈਨੂੰ ਲੱਗਦਾ ਪੀਜ਼ਾ ਵੀ ਨਹੀਂ ਆਉਂਦਾ। ਸਭ ਖੜ ਜਾਓ ਕਿਤੇ, ਉਹ ਵੀ ਸੌਸਾਂ ਸੂਸਾਂ ਪਾ ਕੇ ਲਾਲ ਪੀਲੇ ਹਰੇ ਕਰਕੇ, ਤੁਹਾਨੂੰ 300-400 ਤੋਂ 2 ਜਣੇ ਬੈਠੋ ਤੁਸੀਂ, 300-400 ਤੋਂ 500 ਤੋਂ ਘੱਟ ਨਹੀਂ ਮੁੜਦੇ ਉੱਥੇ, ਹੈ ਨਾ। ਸੋ ਇੱਥੇ ਜ਼ਿਆਦਾ ਕਿਉਂ ਸੋਚਦੇ ਹਾਂ ਅਸੀਂ ਵੀ ਸਾਡੇ ਦਿਨ ਥੋੜੇ ਰਹਿ ਗਏ? ਮੈਨੂੰ ਲੱਗਦਾ ਦਿਨ ਤਾਂ 2 ਹੀ ਬਹੁਤ ਹੈ। 2 ਦਿਨਾਂ ਦੇ ਵਿੱਚ 4 ਫੁੱਲ ਲੈਂਥ ਵੀ ਅਟੈਂਪਟ ਕਰਕੇ 2-2 ਕਰਕੇ, ਤਾਂ ਤੁਸੀਂ ਐਗਜ਼ਾਮ ਮੋਡ ਦੇ ਵਿੱਚ ਆ ਗਏ। ਤੁਹਾਨੂੰ ਪਤਾ ਲੱਗ ਗਿਆ, ਸੀਰੀਅਸ ਹੋ ਕੇ 2 ਘੰਟੇ ਦਾ ਟਾਈਮ ਤੁਸੀਂ ਉਹ ਮੌਕ ਟੈਸਟ ਤੇ ਲਾਓਗੇ। ਕੁਐਸਚਨ ਵੀ ਕਿਹੜਾ ਅਸੀਂ ਕ੍ਰੀਏਟ ਕੀਤੇ ਹੋਏ ਨੇ, ਸਟੈਂਡਰਡ ਦੇ ਕੁਐਸਚਨ ਨੇ। 2021 ਦਾ ਪੇਪਰ ਹੈ, ਸਾਰੇ 24 ਸ਼ਿਫਟਾਂ, 2022 ਦੇ ਨੇ, 26 ਪੇਪਰ। ਸੋ ਉਸ ਚੀਜ਼ ਨੇ ਤੁਹਾਨੂੰ ਕੀ ਕਰਨਾ, ਇੱਕਦਮ ਸਵਿਚ ਕਰ ਦਿਆਂਗੇ ਆਪਾਂ। ਜਿਵੇਂ ਹੁਣ ਆਪਾਂ ਤੜਕੇ ਉੱਠਦੇ ਹਾਂ, ਸਵੇਰੇ ਉੱਠ ਕੇ ਆਪਾਂ ਸੁਸਤੀ ਮਾਰਦੇ ਹਾਂ ਕਿੰਨਾ ਚਿਰ, ਚਾਹ ਚੁ ਪੀ ਕੇ ਸਰੀਰ ਬਣਦਾ, ਫਿਰ ਹੋ ਜਾਂਦੇ ਨਾ ਤਿਆਰ ਉਸੇ ਮੋਡ ਦੇ ਵਿੱਚ। ਜੇ ਇੱਕਦਮ ਹੀ ਤੁਹਾਨੂੰ ਸੁੱਤੇ ਪਿਆ ਨੂੰ ਭੱਜਣਾ ਪੈ ਜੇ ਤਾਂ ਔਖਾ ਹੋ ਜਾਂਦਾ। ਜੇ ਪਹਿਲਾਂ ਉੱਠ ਕੇ ਥੋੜਾ ਬਹੁਤ ਐਕਸਰਸਾਈਜ਼ ਕਰ ਲੈਂਦੇ ਹਾਂ ਆਪਾਂ, ਬੋਡੀ ਵਾਰਮ ਅਪ ਹੋ ਜਾਂਦੀ ਹੈ। ਤਾਂ ਇਹ ਟੈਸਟ ਸੀਰੀਜ਼ ਹੈ ਜਿਹੜੀ ਇਹ ਤੁਹਾਡੀ ਵਾਰਮ ਅਪ ਦੇ ਲਈ ਹੈ। ਚਲੋ ਵੈਸੇ ਅਸੀਂ ਸਬਜੈਕਟ ਵਾਈਜ਼ ਤੇ ਚੈਪਟਰ ਵਾਈਜ਼ ਵੀ ਇਨਕਲੂਡ ਕੀਤੇ ਨੇ, ਪਰ ਉਹ ਸਮਾਂ ਨਹੀਂ। ਤੁਸੀਂ ਫੁੱਲ ਲੈਂਥ ਦੇ ਲਈ ਲਓ। ਤੁਸੀਂ ਖੁਦ ਮੈਸੇਜ ਕਰੋਗੇ ਆ ਕੇ ਵੀ ਸਾਨੂੰ ਫਰਕ ਕਿੰਨਾ ਹੋਇਆ। ਅੱਜ ਤੱਕ ਬਹੁਤ ਪੇਪਰ ਦਿੱਤੇ ਹੋਣ ਤੁਸੀਂ, ਟੈਸਟ ਦਿੱਤੇ ਹੋਣਗੇ, ਜਿਵੇਂ ਪਟਵਾਰੀ ਦਾ, ਐਕਸਾਈਜ਼ ਦਾ ਹੋਇਆ, ਹਰ ਜਗ੍ਹਾ ਤੇ ਥੋੜੇ ਜਿਹੀ ਚੀਜ਼ਾਂ ਕਰਕੇ ਰਹਿ ਜਾਂਦੇ। ਉਹੀ ਕਾਰਨ ਆ ਨਾ ਵੀ ਜਿੱਥੇ ਸਹੀ ਰਾਈਟ ਡਾਇਰੈਕਸ਼ਨ 'ਚ ਪੈਸੇ ਲਾਉਣੇ ਚਾਹੀਦੇ ਉੱਥੇ ਅਸੀਂ ਲਾਉਂਦੇ ਨਹੀਂ। ਉਹ ਤੁਸੀਂ ਬਥੇਰੇ ਕੋਰਸ ਖਰੀਦਦੇ ਹੋ, ਆਨਲਾਈਨ ਲੈ ਲਿਆ ਜੀ, ਕਿਸੇ ਦਾ 2000 ਦਾ, 3000 ਦਾ, 5000 ਦਾ। ਸੋ ਮੈਂ ਪਰਸਨਲੀ ਤੁਹਾਨੂੰ ਰਿਕਮੈਂਡ ਕਰਦਾ ਵੀ ਇਹ ਅਗਰ ਤੁਹਾਡੇ ਪੇਪਰ ਦੇ ਵਿੱਚ 2 ਦਿਨ ਨੇ ਤਾਂ ਤੁਸੀਂ ਇੱਕ ਵਾਰੀ ਸਾਡੇ ਨਾਲ ਜੁੜ ਕੇ ਜ਼ਰੂਰ ਦੇਖਿਓ। ਨਹੀਂ ਠੀਕ ਲੱਗੂਗਾ ਸਾਰਿਆਂ ਨੂੰ ਦੱਸ ਦਿਓ ਵੀ ਯਾਰ ਹੈ ਨਹੀਂ, ਇਹਨਾਂ ਦੇ ਕੰਟੈਂਟ 'ਚ ਹੀ ਦਮ ਹੈ ਨਹੀਂ, ਹੈ ਨਾ। ਸੋ ਅਗਰ ਚਾਹੁੰਦੇ ਹੋ ਵੀ ਰੈਂਕ ਦੇ ਵਿੱਚ ਆਈਏ, ਅਸੀਂ ਚਾਹੁੰਦੇ ਹੋ ਵੀ ਇੰਨੀ ਮਿਹਨਤ ਕੀਤੀ ਹੈ, ਸਮਾਂ ਨਾ ਖਰਾਬ ਕਰੀਏ, ਤਾਂ ਇਹ ਕੋਰਸ ਮੈਨੂੰ ਲੱਗਦਾ ਤੁਹਾਡੇ 20 ਤੋਂ 25 ਨੰਬਰ ਬੜੇ ਆਰਾਮ ਨਾਲ ਵਧਾ ਸਕਦਾ। ਜੇ ਤੁਸੀਂ ਇਹਨੂੰ ਖਰੀਦ ਕੇ 4 ਤੋਂ 5 ਟੈਸਟ ਵੀ ਲਾ ਗਏ ਤਾਂ 20 ਤੋਂ 25 ਨੰਬਰਾਂ ਦੀ ਮੈਂ ਤੁਹਾਡੇ ਨਾਲ ਗਾਰੰਟੀ ਕਰਦਾ ਵੀ ਤੁਹਾਡੇ ਵਧਣਗੇ, ਹੈ ਨਾ। ਬਾਕੀ ਚਲੋ ਫੈਸਲਾ ਤੁਹਾਡਾ ਆਪਣਾ ਹੈ। ਹਾਂ, ਪ੍ਰਾਈਵੇਟ ਕੀ ਰਮੇਨ ਸੀਕ੍ਰੇਟ ਹੈ, ਪੜ੍ਹ ਲਈ ਆਪਾਂ ਐਂਟੀਟੀ ਨੂੰ, ਹੈ ਨਾ। ਦਿਸ ਅਲਾਓ ਐਂਟੀਟੀਜ਼ ਟੂ ਕਮਿਊਨੀਕੇਟ ਸਿਕਿਉਰਲੀ ਵਿਦਾਊਟ ਰਿਲਾਈਂਗ ਔਨ ਸੈਂਟਰਲ ਅਥਾਰਟੀ। ਇਹਦੇ ਨਾਲ ਕਹਿੰਦਾ ਵੀ ਐਂਟੀਟੀਜ਼ ਹੁੰਦੀਆਂ ਨੇ ਜਿਹੜੀਆਂ ਫ੍ਰੀਲੀ ਕਮਿਊਨੀਕੇਟ ਕਰਦੀਆਂ ਨੇ, ਕਿਸੇ ਸੈਂਟਰਲ ਅਥਾਰਟੀ ਤੇ ਰਿਲਾਈ ਕਰੇ ਬਿਨਾ, ਔਰ ਟਰਸਟਡ ਥਰਡ ਪਾਰਟੀ ਟੂ ਮੈਨੇਜ ਐਂਡ ਡਿਸਟ੍ਰੀਬਿਊਟ ਕੀ। ਚਾਬੀ ਡਿਸਟ੍ਰੀਬਿਊਟ ਕਰਨ ਦੀ ਲੋੜ ਨਹੀਂ, ਕਿਉਂਕਿ ਪ੍ਰਾਈਵੇਟ ਮੇਰੇ ਕੋਲੇ ਹੈ, ਪਬਲਿਕ ਮੈਂ ਵੈਬਸਾਈਟ ਤੇ ਰੱਖ ਲੈਣਾ। ਹੁਣ ਤੁਸੀਂ ਪੀਕੇਆਈ ਨੂੰ ਥਰਡ ਪਾਰਟੀ ਨਾ ਸਮਝ ਲਿਓ। ਪੀਕੇਆਈ ਤਾਂ ਕਰਦਾ ਹੀ ਕ੍ਰੀਏਟ ਆ ਨਾ, ਜਿਵੇਂ ਯੂਨੀਵਰਸਿਟੀ ਡਿਗਰੀ ਕਰਦੇ ਹੋ, ਯੂਨੀਵਰਸਿਟੀ ਨੇ ਡਿਗਰੀ ਕ੍ਰੀਏਟ ਕਰਕੇ ਦਿੱਤੀ ਹੈ। ਥਰਡ ਪਾਰਟੀ ਕੁਝ ਵਿੱਚ ਐਵੇਂ ਦਾ ਲੈ ਕੇ ਆਈਏ ਵੀ ਹਾਂ ਉਹ ਦੱਸੇ ਵੀ ਇਹ ਯੂਨੀਵਰਸਿਟੀ ਭਰੋਸੇਯੋਗ ਹੈਗੀ ਹੈ ਕਿ ਨਹੀਂ ਹੈਗੀ, ਹਨਾ। ਸੋ ਇਸ ਤਰ੍ਹਾਂ ਦਾ ਕੁਝ ਨਹੀਂ। ਦੀ ਐਬਸੈਂਸ ਆਫ ਥਰਡ ਪਾਰਟੀ ਰਿਡਿਊਸਿਸ ਦੀ ਡਿਪੈਂਡੈਂਸੀ ਔਨ ਐਕਸਟਰਨਲ ਐਂਟੀਟੀ। ਡਿਪੈਂਡੈਂਸੀ ਨੂੰ ਖਤਮ ਕਰਦਾ ਵੀ ਕਿਸੇ ਤੇ ਅਸੀਂ ਬਾਹਰ ਡਿਪੈਂਡੈਂਟ ਰਹੀਏ। ਐਂਡ ਇਨਕਰੀਜ਼ ਆਟੋਨੋਮੀ ਐਂਡ ਕੰਟਰੋਲ ਓਵਰ ਦਾ ਕੀ ਮੈਨੇਜਮੈਂਟ। ਕੀ ਮੈਨੇਜਮੈਂਟ ਦੇ ਵਿੱਚ ਆਟੋਨੋਮੀ ਆ ਜਾਂਦੀ ਹੈ, ਥੋੜਾ ਜਿਹਾ ਸੌਖਾ ਹੋ ਜਾਂਦਾ ਕੰਮ। ਅਗਲਾ ਜਸਟੀਫਿਕੇਸ਼ਨ ਦਾ ਪੁਆਇੰਟ ਹੈ, ਪਬਲਿਕ ਫਾਈਲ ਕੁਡ ਰਿਜ਼ਾਈਡ ਵਿਦ ਈਚ ਐਂਟੀਟੀ। ਇਹ ਆਪਾਂ ਨੂੰ ਪਤਾ ਵੀ ਪਬਲਿਕ ਫਾਈਲ, ਪੜ੍ਹ ਲਿਓ ਵੈਸੇ ਯਾਰ ਕੁਝ ਨਹੀਂ, ਵੀ ਪਬਲਿਕ ਫਾਈਲ ਹੈ ਜਿਹੜੀ, ਪਬਲਿਕ ਕੀ ਹੈ ਉਹ ਜਿਹੜੀ ਹਰੇਕ ਬੰਦੇ ਕੋਲੇ ਆਪਣੀ ਹੁੰਦੀ ਹੈ। ਇਟ ਆਲਸੋ ਪ੍ਰੋਵਾਈਡ ਏ ਲੈਵਲ ਆਫ ਰਿਡੰਡੈਂਸੀ। ਇਹ ਡੁਪਲੀਕੇਸੀ ਹੁੰਦੀ ਹੈ, ਮਤਲਬ ਕਿ ਪੀਕੇਆਈ ਦੇ ਸਰਵਰ ਤੇ ਵੀ ਪਈ ਹੈ, ਮੇਰੀ ਵੈਬਸਾਈਟ ਤੇ ਵੀ ਪਈ ਆ। ਤਾਂ ਰਿਸਕ ਆਫ ਫੇਲੀਅਰ ਹੈ ਜਿਹੜਾ ਉਹ ਘਟ ਜਾਂਦਾ ਹੈ। ਰਿਸਕ ਆਫ ਰਿਡਿਊਸਿੰਗ ਦੀ ਰਿਸਕ ਆਫ ਸਿੰਗਲ ਪੁਆਇੰਟ ਫੇਲੀਅਰ। ਜੇ ਇੱਕ ਜਗ੍ਹਾ ਤੋਂ ਕੀ ਉੱਡ ਗਈ
ਤਾਂ ਸਾਰੇ ਯੂਜ਼ਰਾਂ ਕੋਲੇ ਪਰਸਨ ਕੋਲੇ ਆਪਦੀ ਹੈਗੀ ਆ ਤਾਂ ਉੱਥੋਂ ਜਾ ਕੇ ਇਹ ਲਈ ਜਾ ਸਕਦੀ ਹੈ। ਸੋ ਸਵਾਲ ਜਿਹੜਾ 8 ਨੰਬਰ ਸੀਗਾ, ਇਹ 7 ਨੰਬਰ ਗਲਤ ਪੈ ਗਿਆ, ਦੁਬਾਰੇ ਦੱਸਣਾ। ਹਾਂ 8 ਨੰਬਰ ਸਵਾਲ ਆ ਇਹ। ਤੇ 8 ਨੰਬਰ ਸਵਾਲ ਦਾ ਫਿਰ ਆਂਸਰ ਤੁਹਾਡੇ ਹਿਸਾਬ ਨਾਲ ਕੀ ਸੀ ਬਣ ਜਾਣਾ, ਤੁਹਾਡੇ ਹਿਸਾਬ ਨਾਲ ਨਹੀਂ, ਵੈਸੇ ਹੀ ਆਂਸਰ ਹੈਗਾ ਹੀ ਸੀ ਆ। ਕਹਿੰਦਾ ਨੋ ਟਰਸਟ ਥਰਡ ਪਾਰਟੀ ਰਿਕੁਆਇਰਡ, ਦੀ ਪਬਲਿਕ ਕੀ ਕੁਡ ਰਿਜ਼ਾਈਡ ਵਿਦ ਈਚ ਐਂਟੀਟੀ। ਸੋ ਮੈਨੂੰ ਲੱਗਦਾ ਵੀ ਪੂਰੇ ਹੋ ਗਏ ਸਵਾਲ। ਇਹ ਸੀਗਾ 5ਵਾਂ ਪਾਰਟ। ਜੇ ਕਨਸੈਪਟ ਨੂੰ ਧਿਆਨ ਨਾਲ ਸਮਝਾਂਗੇ, ਡੀਪ ਅੰਡਰਸਟੈਂਡਿੰਗ ਬਣਾਵਾਂਗੇ, ਫਿਰ ਸਾਡੇ ਸਵਾਲ ਨੇ ਜਿਹੜੇ ਫਿਰ ਉੱਥੇ ਨਹੀਂ ਫਸਣੇ। ਤਾਂ ਵੀਡੀਓ ਦਾ ਦੇਖਣ ਦਾ ਜੇ ਸਮਾਂ ਨਹੀਂ ਹੈਗਾ ਤਾਂ ਤੁਸੀਂ 1.5 ਜਾਂ 2 ਤੇ ਕਰਕੇ ਲਗਾ ਸਕਦੇ ਹੋ। ਅਦਰਵਾਈਜ਼ ਆਪਾਂ ਇਹ ਨੋਟਸ ਨੇ ਜਿਹੜੇ, ਇਹ ਵੀ ਆਪਾਂ ਰੈਗੂਲਰਲੀ ਆਪਣੇ ਟੈਲੀਗ੍ਰਾਮ ਚੈਨਲ ਤੇ ਸ਼ੇਅਰ ਕਰਦੇ ਹਾਂ। ਤਾਂ ਤੁਸੀਂ ਟੈਲੀਗ੍ਰਾਮ ਚੈਨਲ ਦੇ ਨਾਲ ਜੁੜ ਸਕਦੇ ਹੋ, ਉੱਥੋਂ ਤੁਹਾਨੂੰ ਸਾਰੀਆਂ ਪੁਰਾਣੀਆਂ PDF ਅਵੇਲੇਬਲ ਹੋਣਗੀਆਂ, ਤੁਸੀਂ ਜਾ ਸਕਦੇ ਹੋ। ਸੋ ਜੁੜੇ ਰਹੋ ਚੈਨਲ ਦੇ ਨਾਲ ਉਹਨਾਂ ਟਾਈਮ। ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਦੇ ਨਾਲ, ਇਹ ਸਿਰਫ ਹੌਸਲਾ ਵਧਾਈ ਹੁੰਦੀ ਹੈ। ਤੇ ਥੋੜਾ ਬਹੁਤ ਕਮੈਂਟ ਕਾਊਂਟ ਵੀ ਕਰਦਿਆ ਕਰੋ, ਤੇ ਕਮੈਂਟ ਕਾਊਂਟ ਵਧੀਆ ਆ ਜਾਂਦੇ ਫਿਰ ਬਣਾਉਣ ਨੂੰ ਵੀਡੀਓ ਜੀ ਕਰਦਾ। ਜੇ ਵਿਊ ਕਮੈਂਟ ਜੇ ਘਟ ਜਾਂਦੇ ਆ ਥੋੜੇ ਜਿਹੇ, ਆਪਣਾ ਬਾਹਲਾ ਟਾਰਗੇਟ ਨਹੀਂ ਹੁੰਦਾ, ਆਪਾਂ ਨੂੰ ਤਾਂ 100 ਟੱਪ ਜਾਣੇ ਨੇ ਨਾ, ਐਂ ਜੇ ਲੱਗਦਾ ਇੱਜ਼ਤ ਰਿਸਪੈਕਟਫੁਲ ਜਿਹਾ ਲੱਗਦਾ ਵੀ 100 ਹੋ ਗਏ ਹੁਣ ਠੀਕ ਆ, ਹਨਾ। ਬਾਹਲੀ ਕੋਈ ਏਡੀ ਵੱਡੀ ਮਾਰ ਨਹੀਂ ਹੈ ਆਪਣੀ, ਉਹ 5000 ਨਾ 100 ਬਹੁਤ ਆ। 100 ਨਾਲ ਥੋੜੀ ਜੀ ਬਚੀ ਰਹਿ ਜਾਂਦੀ ਹੈ ਨਾ ਸਾਖ ਜੀ, ਤੇ 100 ਹੋ ਜਾਂਦੇ ਫਿਰ ਠੀਕ ਲੱਗਦਾ। ਜੇ ਇੰਨੇ ਕੁ ਹੋ ਜਾਣੇ, ਮੈਂ ਸੋਚਿਆ ਹੀ ਸੀਗਾ ਵੀ ਜੇ ਪਿਛਲੀ ਵੀਡੀਓ ਤੇ 100 ਹੋ ਗਏ ਤਾਂ ਬਣਾਵਾਂਗੇ ਅੱਗੇ, ਅਦਰਵਾਈਜ਼ ਮੈਂ ਕਿਹਾ ਨਹੀਂ ਬਣਾਉਂਦੇ, ਹਨਾ। ਤੇ ਉਹ ਫਿਰ ਹੁਣ ਮੈਂ ਇੱਕ ਦੋ ਬੱਚਿਆਂ ਨੂੰ ਦੱਸਿਆ ਵੀ 100 ਹੋ ਗਏ ਤਾਂ ਬਣਾਵਾਂਗੇ, ਨਹੀਂ ਹੁਣ ਉਹਨਾਂ ਨੇ ਬਹੁਤ ਜ਼ਿਆਦਾ ਸ਼ੇਅਰ ਕੀਤਾ, ਹਨਾ। ਕੋਈ ਹੁੰਦਾ ਹੀ ਹੈ ਮੋਟੀਵੇਸ਼ਨ ਦੇ ਲਈ, ਜਿਵੇਂ ਤੁਸੀਂ ਤਿਆਰੀ ਕਰ ਰਹੇ ਹੋ, ਤੁਹਾਨੂੰ ਵੀ ਮੋਟੀਵੇਸ਼ਨ ਚਾਹੀਦਾ, ਤਾਂ ਮੈਨੂੰ ਵੀ ਹੁਣ ਚਾਹੀਦਾ ਹੀ ਆ ਵੀ ਚਲੋ ਮੈਂ ਸੁਣਾਉਂਦਾ ਨਹੀਂ, ਵੈਸੇ ਗਰਮੀ ਬਹੁਤ ਹੈ ਤੇ ਦੇਖਿਆ, ਹਨਾ, ਇਹਨਾਂ ਚੀਜ਼ਾਂ ਦੇ ਵਿੱਚ ਬੈਠਣਾ। ਪਰ ਆਪਾਂ ਨੂੰ ਗਰਮੀ ਨਹੀਂ ਲੱਗਦੀ ਜੇ ਉਹ ਚੀਜ਼ਾਂ ਕਨੈਕਸ਼ਨ ਜੁੜਿਆ ਹੋਵੇ, ਕੰਮ ਕਰਨ ਦਾ ਸਵਾਦ ਆਉਂਦਾ, ਫਿਰ ਚੀਜ਼ਾਂ ਸਾਡੇ ਲਈ ਇਹ ਜਿਹੜੀਆਂ ਕਹਿ ਲਓ ਵੀ ਹਿੰਡਰੈਂਸ ਹੁੰਦੀਆਂ ਨੇ ਜਾਂ ਵਿਚਾਲੇ ਅੜਚਣਾ ਹੁੰਦੀਆਂ ਨੇ, ਤਾਂ ਫਿਰ ਇਹ ਨਹੀਂ ਆਉਂਦੀਆਂ, ਹਨਾ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।